ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਐਡਵੋਕੇਟ ਜਨਰਲ ਆਫਿਸ ਦੀ। ਐਡਵੋਕੇਟ ਜਨਰਲ ਆਫਿਸ ਬਹੁਤ ਅਹਿਮ ਆਫਿਸ ਹੁੰਦਾ ਵਾ, ਜਿਹੜਾ ਟਾਪ ਲਾਅ ਆਫਿਸਰ ਐਡਵੋਕੇਟ ਜਨਰਲ ਹੁੰਦਾ ਵਾ, ਔਰ ਉਸ ਡੇਟ ਨੂੰ ਸਰਕਾਰ ਨੂੰ ਕਾਨੂੰਨੀ ਸਲਾਹ ਜਿਹੜੀ ਆ ਉਹ ਦਿੰਦਾ ਵਾ, ਔਰ ਸਰਕਾਰ ਦਾ ਜਿਹੜਾ ਕਚਹਿਰੀਆਂ ਦੇ ਵਿੱਚ ਪੱਖ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਪੱਖ ਰੱਖਦੇ ਆ। ਜਿਹੜੀ ਆਪ ਵਕੀਲ ਆ ਉਹਦੇ ਵੱਲੋਂ ਐਡਵੋਕੇਟ ਜਨਰਲ ਦੇ ਖਿਲਾਫ ਆਰੋਪ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਐਡਵੋਕੇਟ ਜਨਰਲ ਤੋਂ ਖਤਰਾ ਵਾ, ਔਰ ਉਹਨਾਂ ਨੇ ਅਵੈਧ ਸੰਬੰਧਾਂ ਦੀ ਗੱਲ ਵੀ, ਪਰਿਵਾਰ ਦੇ ਇੱਕ ਮੈਂਬਰ ਦੇ ਔਰ ਐਡਵੋਕੇਟ ਜਨਰਲ ਦੇ ਅਵੈਧ ਸੰਬੰਧਾਂ ਦੀ ਗੱਲ ਵੀ ਕੀਤੀ ਆ। ਪ੍ਰਤਾਪ ਸਿੰਘ ਬਾਜਵਾ ਨੇ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਵੀ ਲਿਖੀ ਕਿ ਐਡਵੋਕੇਟ ਜਨਰਲ ਨੂੰ ਆਪਣੇ ਅਹੁਦੇ ਤੋਂ ਖਾਰਿਜ ਕਰ ਦੇਣਾ ਚਾਹੀਦਾ। ਜਿਹੜੇ ਆਰੋਪ ਲੱਗੇ ਨੇ ਐਡਵੋਕੇਟ ਜਨਰਲ ਦੇ ਉੱਪਰ, ਉਹਨਾਂ ਦੇ ਤਹਿਤ ਕੀ ਮੌਜੂਦਾ ਐਡਵੋਕੇਟ ਜਨਰਲ ਵਿਨੋਦ ਕਈ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ, ਨੈਤਿਕ ਤੌਰ ਦੇ ਉੱਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਉਹ ਟਾਪ ਲਾਅ ਆਫਿਸਰ ਨੇ, ਜਾਂ ਫਿਰ ਇਹ ਕਿਉਂਕਿ ਨਿੱਜੀ ਆਰੋਪ ਨੇ। ਵੈਸੇ ਤਾਂ ਜਦੋਂ ਕੋਈ ਪਬਲਿਕ ਆਫਿਸ ਦੇ ਵਿੱਚ ਹੁੰਦਾ ਕੋਈ ਵੀ ਚੀਜ਼ ਨਿੱਜੀ ਨਹੀਂ ਹੁੰਦੀ। ਤੁਹਾਨੂੰ ਪਤਾ ਹੀ ਆ ਕਿ ਰਾਸ਼ਟਰਪਤੀ ਬਿਲ ਕਲਿੰਟਨ ਦੇ ਉੱਪਰ ਵੀ ਜਿਹਨੂੰ ਆਰੋਪ ਲੱਗੇ ਸਨ ਨਿੱਜੀ ਆਰੋਪ ਸਨ। ਗੱਲ ਤਾਂ ਇਹ ਹੈ ਵੀ ਜਿਹੜਾ ਵੀ ਪਬਲਿਕ ਸਰਵਿਸ ਦਿੰਦਾ, ਭਾਵੇਂ ਕੋਈ ਕਿਸੇ ਵੀ ਉਹਦੇ ਦੀ ਐਸੀ ਤੋਂ ਇਹੋ ਜਿਹਾ ਗੁਨਾਹ ਹੋ ਜਾਂਦਾ ਹੈ, ਈਵਨ ਉਹ ਗਿਣਤੀ 'ਚ ਵੀ ਆ ਜਾਂਦਾ, ਤੇ ਮੇਰਾ ਖਿਆਲ ਹੈ ਨੈਤਿਕ ਤੌਰ 'ਤੇ ਅਸਤੀਫਾ ਦੇਣਾ ਬਣਦਾ ਹੈ। ਪੁਲਿਸ ਵਾਲਿਆਂ ਨੇ ਪ੍ਰੋਟੈਕਟ ਕਰਨਾ ਹੁੰਦਾ ਹੈ ਦੂਜੀ ਪਬਲਿਕ ਨੂੰ, ਉਹਨਾਂ ਦਾ ਵੀ ਸੱਚੇ ਰਹਿਣਾ ਬਣਦਾ ਤੇ ਵਧੀਆ ਉਹਦੇ ਸਾਫ਼ ਰੱਖਣੇ। ਤੇ ਇਹ ਜਨਰਲ ਦਾ ਤਾਂ ਐਡਵੋਕੇਟ ਜਨਰਲ ਤਾਂ ਉਦੋਂ ਵੀ ਉੱਪਰ ਹੈ, ਕਿਉਂਕਿ ਇਹਨਾਂ ਨੇ ਕੰਟਰੋਲ ਕਰਕੇ ਕਾਨੂੰਨ ਨੂੰ ਚੰਗੇ ਚਿਹਰੇ 'ਚ ਲਿਆ ਕੇ ਲੋਕਾਂ ਨੂੰ ਇਨਸਾਫ ਦਿਵਾਉਣਾ ਤਾਂ ਕਿ ਪਬਲਿਕ ਨਾਲ ਫੇਅਰ ਹੋਵੇ। ਪੁਆਇੰਟ ਕਰਨ ਵਾਲੇ ਹੀ ਨਹੀਂ ਸਹੀ, ਜਿਵੇਂ ਵੱਡੇ ਇਸ ਹੁੰਦੇ ਤਾਂ ਸਰਦਾਰ ਲੋਕਾਂ ਦੇ ਲਾਏ ਹੋਏ ਆ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਇਹ ਪੋਸਟ ਹੈ ਤਾਂ ਸਰਕਾਰੀ ਆ, ਪਰ ਜ਼ਿਆਦਾਤਰ ਇਹ ਪੋਸਟ ਜੀ ਇਹ ਸਿਆਸੀ ਆ, ਕਿਉਂਕਿ ਜੋ ਅਸੀਂ ਨੋਟ ਕਰਦੇ ਰਹੇ ਹਾਂ ਉਹੀ ਹੁੰਦਾ ਰਿਹਾ ਵੀ ਜਿਹੜਾ ਵੀ ਕੋਈ ਚੰਗਾ ਵਕੀਲ ਜਾਂ ਜਿਹੜਾ ਬੜਾ ਬਹੁਤ ਪਾਰਟੀ ਦਾ ਜਿਹੜਾ ਵਧੀਆ ਵਕੀਲ ਹੈ ਉਸ ਨੂੰ ਹੀ ਮਤਲਬ ਜੇ ਵਾਰੀ ਉਹਦੀ ਪਾਰਟੀ ਸਰਕਾਰ ਬਣਦੀ ਆ ਤਾਂ ਉਹਨੂੰ ਹੀ ਮਤਲਬ ਉਹਨੂੰ ਹੀ ਅਹੁਦਾ ਦੇ ਦਿੱਤਾ। ਇਹ ਬਲਦੇਵ ਸਿੰਘਾ ਜੀ ਸਾਰੇ ਮੁਲਕਾਂ 'ਚ ਇਸੇ ਤਰ੍ਹਾਂ ਹੀ ਆ। ਜੇ ਲੋਕਾਂ ਨੂੰ ਆਪਾਂ ਸਰਕਾਰ ਵੱਲੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਨਾ, ਫਿਰ ਉਹਦੇ ਵਿੱਚ ਤੁਸੀਂ ਆਪ ਹਿਸਾਬ ਲਾ ਲਓ ਵੀ ਆਪਾਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ। ਜੇ ਬੰਦਾ ਕੋਈ ਗਲਤ ਕੰਮ ਕਰਦਾ ਯਾਰ, ਚਾਹੇ ਉਹ ਕਿਸੇ ਪਾਰਟੀ ਰੱਖਦਾ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ। 1962-63 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਰੇਲਵੇ ਮੰਤਰੀ ਸੀ ਤੇ ਰੇਲ ਦਾ ਐਕਸੀਡੈਂਟ ਹੋ ਗਿਆ ਸੀ ਜੀ। ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਮਤਲਬ ਮਨਜ਼ੂਰ ਹੋਇਆ ਨਹੀਂ ਹੋਇਆ, ਲੇਕਿਨ ਨਾਟਕਤਾ ਉਹਨੂੰ ਕਹਿੰਦੇ ਸੀ। ਹਾਲਾਂਕਿ ਇਹ ਕਿਹੜਾ ਟ੍ਰੇਨ ਚਲਾਉਂਦੇ ਪਏ ਸੀ। ਹਰੀਪ੍ਰੀਤ ਆ ਇਹਦੀ ਪੀਏ ਆਪਣੇ ਦੀ, ਰਾਮ ਰਹੀਮ ਦੀ, ਸੌਦਾ ਸਾਹਿਬ ਦੀ। ਹਨੀਪ੍ਰੀਤ ਕੋਲੋਂ 50 ਲੱਖ ਰੁਪਈਆ ਕਿਸੇ ਨੇ ਮੰਗਿਆ ਤੇ ਹਨੀਪ੍ਰੀਤ ਉਹ ਮੰਗਣ ਵਾਲੇ ਇਹਨਾਂ ਨੇ ਦੂਜੇ ਦੇ ਨਹੀਂ ਚੁੱਕ ਲਏ। ਇਹਦੇ ਨਾਲ ਮਸਤਾਦੀ ਵਧੀਆ ਕਿਹੜੀ ਆ? ਵੇ ਰੰਨ ਮੰਗੇ ਪੇੜੇ ਦੇਣ ਵਾਲੇ ਬਥੇਰੇ, ਮਰਦ ਮੰਗੇ ਆਟਾ ਤੇ ਆਟੇ ਤੋਂ ਵੀ ਘੱਟ ਆ। ਬਾਕੀ ਸਾਰਾ ਪੰਜਾਬ ਤੇ ਐਵੇਂ ਹੀ ਹੋ ਗਿਆ ਨਾ। ਵੇਖੋ ਜਿਹੜੀ ਸਰਕਾਰ ਅਜੇ ਤੱਕ ਡੀਜੀਪੀ ਨਹੀਂ ਪੱਕਾ ਲਾ ਸਕੀ ਸਾਲ ਦੇ ਵਿੱਚ, ਤੇ ਇੰਨੇ ਕਿਸੇ ਚੌਕੀ ਦੇ ਵਿੱਚੋਂ ਨਾ ਥਾਣੇਦਾਰ ਨਹੀਂ ਬਦਲਦੇ ਇੰਚਾਰਜ, ਜਿੰਨੇ ਇਹਨਾਂ ਨੇ ਉਹ ਬਦਲ ਦਿੱਤੇ। ਆਪਣਾ ਇਹ ਆ ਤੁਹਾਡੇ ਕੀ ਨਾਮ ਹੈ, ਜਿੰਨੇ ਏਜੀ ਬਦਲੇ ਗਏ ਆ। नमस्कार, अस्सलामुअलैकुम, सत श्री अकाल। मैं हाँ कमर संधू। इस वे नॉर्थ अमेरिका है सोमवार की शाम, भारत च मंगलवार की सवेर, नानकशाही संमत 555 चेत की 29 तरीक है, और तुसी देख रहे जे हैलो ग्लोबल पंजाब। ये शो इस वे चैनल पंजाबी दे फेसबुक पेज के उपर लाइव टैलीकास्ट है। असी इस वे ग्लोबल टीवी दे और चैनल पंजाबी दे टीवी के उपर भी असी इस वे लाइव हैं। कॉल इन शो आ, ये तुसी हिस्सा ले सकते जे, और कॉल करने वाले 2 नंबर्स ने, एक इंडिया का नंबर है और एक टोल फ्री नंबर है। इस शो के असी जेडे मौजूदा जेडे करंट इवेंट्स ने, पक्ष के मसले आ, उन्होंने विचार चर्चा करते हैं। अज आप गल करांगे पंजाब के एडवोकेट जनरल ऑफिस की।
एडवोकेट जनरल ऑफिस बहुत अहम ऑफिस हुंदा वा, जिहड़ा टॉप लॉ ऑफिसर एडवोकेट जनरल हुंदा वा और वो स्टेट नूं सरकार नूं कानूनी सलाह जिहड़ी आ वो दिंदा वा और सरकार दा जिहड़ा कचहरियां दे विच पक्ष हाई कोर्ट या सुप्रीम कोर्ट दे विच पक्ष रखते हैं। एडवोकेट जनरल दे थल्ले ऑलमोस्ट 100-150 लॉ ऑफिसर्स हुंदे आ ਜਿਹੜੇ ਉਹਨਾਂ ਦੇ ਥੱਲੇ ਕੰਮ ਕਰਦੇ ਆ। ਜਿਹੜੇ ਇਸ ਵੇਲੇ AG ਨੇ ਵਿਨੋਦ ਕਈ, ਉਹਨਾਂ ਦੇ ਉੱਪਰ ਪਿਛਲੇ 2 ਦਿਨਾਂ ਤੋਂ ਬਹੁਤ ਗੰਭੀਰ ਆਰੋਪ ਇੱਕ ਪਰਿਵਾਰ ਵੱਲੋਂ ਲਾਏ ਜਾ ਰਹੇ। ਇੱਕ ਲੜਕੀ ਜਿਹੜੀ ਆਪ ਵਕੀਲ ਆ, ਉਹਦੇ ਵੱਲੋਂ ਐਡਵੋਕੇਟ ਜਨਰਲ ਦੇ ਖਿਲਾਫ ਆਰੋਪ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਐਡਵੋਕੇਟ ਜਨਰਲ ਤੋਂ ਖਤਰਾ ਵਾ ਔਰ ਉਹਨਾਂ ਨੇ ਅਵੈਧ ਸੰਬੰਧਾਂ ਦੀ ਗੱਲ ਵੀ ਉਸ ਪਰਿਵਾਰ ਦੇ ਇੱਕ ਮੈਂਬਰ ਦੇ ਔਰ ਐਡਵੋਕੇਟ ਜਨਰਲ ਦੇ ਅਵੈਧ ਸੰਬੰਧਾਂ ਦੀ ਗੱਲ ਵੀ ਕੀਤੀ ਆ। ਜਦੋਂ ਇਹ ਮਸਲਾ ਕੱਲ੍ਹ ਭਖਿਆ ਤਾਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਵੀ ਲਿਖੀ ਕਿ ਐਡਵੋਕੇਟ ਜਨਰਲ ਨੂੰ ਆਪਣੇ ਅਹੁਦੇ ਤੋਂ ਖਾਰਿਜ ਕਰ ਦੇਣਾ ਚਾਹੀਦਾ ਵਾ। ਫਿਰ ਇਹ ਵੀ ਗੱਲ ਚੱਲੀ ਕਿ ਸ਼ਾਇਦ ਐਡਵੋਕੇਟ ਜਨਰਲ ਵਿਨੋਦ ਕਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਵਾ, ਲੇਕਿਨ ਸਰਕਾਰ ਨੇ ਬਾਅਦ ਦੇ ਵਿੱਚ ਟਵਿੱਟਰ ਹੈਂਡਲ 'ਤੇ ਕਿਹਾ ਕਿ ਇਹ ਗੱਲ ਗਲਤ ਆ, ਇਹ ਫੇਕ ਨਿਊਜ਼ ਆ, ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਐਡਵੋਕੇਟ ਜਨਰਲ ਨੇ ਵੀ ਇਸ ਮਸਲੇ ਦੇ ਉੱਪਰ ਪਬਲਿਕਲੀ ਕੁਝ ਕਹਿਣ ਤੋਂ ਨਾ ਕਰ ਦਿੱਤੀ ਆ। 1-2 ਜਰਨਲਿਸਟ ਨੇ ਜਿਨ੍ਹਾਂ ਨੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਆਪਣਾ ਕੰਮਕਾਜ ਕਰ ਰਿਹਾ ਵਾਂ। ਚਿੱਠੀਆਂ ਜਿਹੜੀਆਂ ਵਾ ਪ੍ਰਤਾਪ ਸਿੰਘ ਬਾਜਵਾ ਨੇ ਗਵਰਨਰ ਨੂੰ ਇਸ ਮਸਲੇ ਉੱਪਰ ਲਿਖੀਆਂ ਵਾ। ਇੱਕ ਵਕੀਲ ਨੇ ਆਰੋਪ ਲਾਏ ਆ ਐਡਵੋਕੇਟ ਜਨਰਲ ਦੇ ਉੱਪਰ ਕਿ ਉਹ ਉਹਨਾਂ ਦੇ ਪਰਿਵਾਰ ਨੂੰ ਹਰੈਸ ਕਰ ਰਹੇ ਆ, ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਆ, ਪੰਜਾਬ ਪੁਲਿਸ ਦਾ ਇਸਤੇਮਾਲ ਕਰਨ ਦੀਆਂ ਧਮਕੀਆਂ ਦੇ ਰਹੇ ਆ। ਪੰਜਾਬ ਪੁਲਿਸ ਦੇ ਤਹਿਤ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਪਰਿਵਾਰ ਨੂੰ ਅਸੀਂ ਖਤਮ ਕਰ ਦਿਆਂਗੇ। ਇਹਨਾਂ ਦੇ ਵਿੱਚ ਕੀ ਸੱਚਾਈ ਆ ਉਹਨਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਲੇਕਿਨ ਐਡਵੋਕੇਟ ਜਨਰਲ ਦਾ ਆਫਿਸ ਜਿਹੜਾ ਵਾ ਉਹ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਵਾ। ਇੱਕ ਤਰੀਕੇ ਨਾਲ ਐਡਵੋਕੇਟ ਜਨਰਲ ਆਫਿਸ ਜਿਹੜਾ ਵਾ ਇਹ ਜਿੰਕਸਡ ਆਫਿਸ ਆ। ਪਿਛਲੇ ਕਰੀਬ 1.5 ਸਾਲ ਦੇ ਵਿੱਚ ਘੱਟੋ ਘੱਟ ਵੀ ਅੱਧਾ ਦਰਜਨ ਐਡਵੋਕੇਟ ਜਨਰਲ ਲੱਗ ਚੁੱਕੇ ਨੇ, ਲੇਕਿਨ ਕਿਸੇ ਨਾ ਕਿਸੇ ਕਾਰਜ ਕਰਕੇ, ਕਿਸੇ ਨਾ ਕਿਸੇ ਕਾਰਨ ਕਰਕੇ 3-4 ਮਹੀਨਿਆਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪੈ ਰਿਹਾ ਵਾ। ਜਿਹੜੇ ਆਰੋਪ ਲੱਗੇ ਨੇ ਐਡਵੋਕੇਟ ਜਨਰਲ ਦੇ ਉੱਪਰ, ਉਹਨਾਂ ਦੇ ਤਹਿਤ ਕੀ ਮੌਜੂਦਾ ਐਡਵੋਕੇਟ ਜਨਰਲ ਵਿਨੋਦ ਕਈ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ, ਨੈਤਿਕ ਤੌਰ ਦੇ ਉੱਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਉਹ ਟੌਪ ਲਾਅ ਆਫਿਸਰ ਨੇ, ਜਾਂ ਫਿਰ ਇਹ ਕਿਉਂਕਿ ਨਿੱਜੀ ਆਰੋਪ ਨੇ। ਵੈਸੇ ਤਾਂ ਜਦੋਂ ਕੋਈ ਪਬਲਿਕ ਆਫਿਸ ਦੇ ਵਿੱਚ ਹੁੰਦਾ ਕੋਈ ਵੀ ਚੀਜ਼ ਨਿੱਜੀ ਨਹੀਂ ਹੁੰਦੀ। ਤੁਹਾਨੂੰ ਪਤਾ ਹੀ ਆ ਕਿ ਰਾਸ਼ਟਰਪਤੀ ਬਿਲ ਕਲਿੰਟਨ ਦੇ ਉੱਪਰ ਵੀ ਜਿਹਨੂੰ ਆਰੋਪ ਲੱਗੇ ਸਨ ਨਿੱਜੀ ਆਰੋਪ ਸਨ, ਲੇਕਿਨ ਉਹਨਾਂ ਦੇ ਉੱਪਰ ਇੱਕ ਬਹੁਤ ਵੱਡਾ ਵਿਵਾਦ ਉਸ ਵੇਲੇ ਹੋਇਆ ਸੀ। ਡੋਨਲਡ ਟਰੰਪ ਦੇ ਉੱਪਰ ਵੀ ਨਿੱਜੀ ਆਰੋਪ ਨੇ, ਲੇਕਿਨ ਉਹਨਾਂ ਨੂੰ ਵੀ ਇਸ ਵੇਲੇ ਕਟਹਿਰੇ ਦੇ ਵਿੱਚ ਉੱਥੋਂ ਦੀ ਲੋਕਾਂ ਨੇ, ਉੱਥੋਂ ਦੀ ਕੋਰਟਸ ਨੇ ਖੜਾ ਕੀਤਾ ਹੋਇਆ ਵਾ। ਸੋ ਕੀ ਨੈਤਿਕਤਾ ਦੇ ਆਧਾਰ ਦੇ ਉੱਤੇ ਵਿਨੋਦ ਕਈ ਨੂੰ ਅਸਤੀਫਾ ਦੇਣਾ ਚਾਹੀਦਾ ਵਾ? ਬਹੁਤ ਲੋਕਾਂ ਨੂੰ ਲੱਗਦਾ ਵਾ ਇਹ ਪਰਸਨਲ ਮਸਲਾ ਵਾ, ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਸਰਕਾਰ ਦਾ ਵੀ ਸ਼ਾਇਦ ਇਹੋ ਹੀ ਪੱਖ ਆ, ਲੇਕਿਨ ਆਪਾਂ ਇਹਦੇ ਬਾਰੇ ਨੈਤਿਕਤਾ ਦੇ ਆਧਾਰ ਦੇ ਉੱਪਰ ਗੱਲ ਕਰਾਂਗੇ ਕਿ ਕੀ ਉਹਨਾਂ ਨੂੰ ਆਪਣੇ ਅਹੁਦੇ 'ਤੇ ਟਿਕੇ ਰਹਿਣਾ ਚਾਹੀਦਾ ਵਾ। ਇਸ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਪਹਿਲੇ ਐਡਵੋਕੇਟ ਜਨਰਲ ਸੀ ਡਾਕਟਰ ਅਨਮੋਲ ਰਤਨ ਸਿੱਧੂ, ਲੇਕਿਨ ਕੁਝ ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਸ ਵੇਲੇ ਕਾਰਨ ਤਾਂ ਕੋਈ ਨਹੀਂ ਦੱਸਿਆ ਗਿਆ, ਪਰ ਕਿਹਾ ਜਾਂਦਾ ਸੀ ਕਿ AG ਆਫਿਸ ਦੇ ਵਿੱਚ ਰਾਖਵਾਂਕਰਨ SC ਵਰਗ ਵਾਸਤੇ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਇਸ ਮਸਲੇ ਨੂੰ ਲੈ ਕੇ ਇੱਕ ਵਿਵਾਦ ਛਿੜਿਆ, ਕੋਰਟ ਦੇ ਵਿੱਚ ਮਸਲਾ ਤੁਰਿਆ, ਕੋਰਟ 'ਚੋਂ ਵਿਡਰਾਅ ਕੀਤਾ ਗਿਆ ਔਰ ਫਿਰ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਇਸ ਵੇਲੇ AG ਆਫਿਸ ਦੇ ਵਿੱਚ ਰਾਖਵਾਂਕਰਨ ਹੈ, ਕੁਝ ਪਰਸੈਂਟੇਜ ਜਿਹੜੀ ਆ ਉਹ ਦਲਿਤ ਭਾਈਚਾਰੇ ਦੀ ਵਕੀਲਾਂ ਦੀ ਹੈ। ਕੈਪਟਨ ਅਮਰਿੰਦਰ ਸਿੰਘ ਵੇਲੇ ਅਤੁਲ ਨੰਦਾ AG ਸਨ, ਉਹ AG ਆਫਿਸ ਨੂੰ ਸੰਭਾਲਦੇ ਸਨ। ਅਤੁਲ ਨੰਦਾ ਦੇ ਖਿਲਾਫ ਵੀ ਕਾਫੀ ਇਲਜ਼ਾਮ ਲੱਗਦੇ ਸੀ ਕਿ ਉਹ ਸਰਕਾਰ ਨੂੰ ਸਹੀ ਤਰੀਕੇ ਨਾਲ ਡਿਫੈਂਡ ਨਹੀਂ ਕਰ ਪਾ ਰਹੇ। ਜਦੋਂ ਅਮਰਿੰਦਰ ਸਿੰਘ ਦੀ ਸਰਕਾਰ, ਅਮਰਿੰਦਰ ਸਿੰਘ ਤੋਂ ਅਸਤੀਫਾ ਲਿਆ ਗਿਆ, ਚਰਨਜੀਤ ਸਿੰਘ ਚੰਨੀ CM ਬਣੇ, ਤਾਂ ਉਦੋਂ APS ਦਿਓਲ ਨੂੰ ਇਸ ਅਹੁਦੇ 'ਤੇ ਲਾਇਆ ਗਿਆ, ਲੇਕਿਨ APS ਦਿਓਲ ਦੇ ਖਿਲਾਫ ਵੀ ਆਰੋਪ ਸਨ ਕਿ ਉਹ ਸੁਮੇਧ ਸਿੰਘ ਸੈਣੀ ਨੂੰ ਡਿਫੈਂਡ ਕਰਦੇ ਰਹੇ। ਸੋ ਇਸ ਕਾਰਨ ਕਰਕੇ ਕੁਝ ਮਹੀਨਿਆਂ ਬਾਅਦ APS ਦਿਓਲ ਨੂੰ ਵੀ ਅਸਤੀਫਾ ਦੇਣਾ ਪਿਆ। ਫਿਰ ਦਪਿੰਦਰ ਸਿੰਘ ਪਤਵਾਲੀਆ AG ਲੱਗੇ ਨਵੰਬਰ 2021 ਦੇ ਵਿੱਚ, ਲੇਕਿਨ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ, ਕਿਉਂਕਿ ਨਾਰਮਲੀ AG ਸਰਕਾਰ ਦੇ ਨਾਲ ਹੀ ਹੁੰਦਾ। ਜੇ ਸਰਕਾਰ ਚੇਂਜ ਹੋ ਜਾਂਦੀ ਹੈ ਤੇ AG ਵੀ ਨਾਰਮਲੀ ਚੇਂਜ ਹੁੰਦੇ ਆ। AG ਇੰਨਾ ਇੰਪੋਰਟੈਂਟ ਆਫਿਸ ਆ ਕਿ ਬਿਨਾਂ ਉਹ MLA ਚੁਣੇ ਹੋਏ ਜਾਂ ਬਿਨਾਂ ਇੱਕ ਮੈਂਬਰ ਚੁਣੇ ਹੋਏ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਪਿੱਛੇ ਬਿਰਾਜਮਾਨ ਹੁੰਦੇ ਆ।
ਉਹ ਪ੍ਰੋਸੀਡਿੰਗਸ ਦੇ ਵਿੱਚ ਹਿੱਸਾ ਤਾਂ ਨਹੀਂ ਲੈਂਦੇ, ਲੇਕਿਨ ਉਹ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਅਟੈਂਡ ਕਰ ਸਕਦੇ, ਉਹਨਾਂ ਦੀ ਇੱਕ ਪੱਕੀ ਸੀਟ ਹੁੰਦੀ ਆ ਵਿਧਾਨ ਸਭਾ ਦੇ ਵਿੱਚ। ਸੋ ਮੈਂ ਜਿਵੇਂ ਦੱਸਿਆ ਕਿ ਪਿਛਲੇ ਕਰੀਬ 1.5 ਸਾਲ ਦੇ ਵਿੱਚ 5-6 AG ਜਿਹੜੇ ਨੇ ਉਹ ਬਦਲ ਚੁੱਕੇ ਨੇ। ਵਿਨੋਦ ਕਈ ਕਰੀਬ 60 ਜਾਂ 62 ਸਾਲ ਦੀ ਉਹਨਾਂ ਦੀ ਉਮਰ ਆ, ਮੰਨੇ ਹੋਏ ਕ੍ਰਿਮੀਨਲ ਲਾਇਰ ਨੇ, ਔਰ ਉਹਨਾਂ ਦਾ ਇਸ ਵੇਲੇ ਜਿਹੜਾ ਪਦ ਆ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਜੇ ਉਹ ਅਸਤੀਫਾ ਦਿੰਦੇ ਨੇ ਤੇ ਕੌਣ ਨਵਾਂ AG ਲੱਗੂਗਾ? ਕੁਝ ਨਾਮ ਹੀ ਆ ਰਹੇ ਨੇ ਆਲਰੇਡੀ, ਨਾਂ ਜਿਹੜੇ ਨੇ ਉਹ ਮੀਡੀਆ ਦੇ ਵਿੱਚ ਆ ਰਹੇ ਨੇ, ਲੇਕਿਨ ਕਿਉਂਕਿ ਨਿੱਜੀ ਆਰੋਪ ਨੇ ਇਸ ਕਰਕੇ ਬਹੁਤੇ ਮੀਡੀਆ ਨੇ ਇਸ ਮਸਲੇ ਦੇ ਉੱਪਰ ਟਿੱਪਣੀ ਕਰਨ ਤੋਂ ਗੁਰੇਜ਼ ਵੀ ਕੀਤਾ। ਐਲੀਗੇਸ਼ਨਸ ਸੀਰੀਅਸ ਨੇ। ਇਸ ਜਿਹੜੀ ਲੜਕੀ ਆ ਸਾਹਮਣੇ ਬੋਲ ਰਹੀ ਆ, ਇਹਨੇ ਆਰੋਪ ਲਾਏ ਨੇ ਔਰ ਇਹ ਆਪ ਵਕੀਲ ਨੇ ਕਿਹਾ ਮੇਰੇ ਪਿਤਾ ਜਿਹੜੇ ਨੇ ਉਹ ਖੁਦਕਸ਼ੀ ਕਰਨ ਨੂੰ ਫਿਰਦੇ ਨੇ ਔਰ ਮੈਂ ਖੁਦਕਸ਼ੀ ਨਹੀਂ ਹੋਣ ਦੇਣੀ। ਸੋ ਇਸ ਤਰ੍ਹਾਂ ਦੇ ਆਰੋਪ ਉਹਨਾਂ ਨੇ ਲਾਏ ਨੇ। ਵਿਨੋਦ ਕਈ ਦੇ ਉੱਪਰ ਅਵੈਧ ਸੰਬੰਧਾਂ ਦਾ ਵੀ ਜ਼ਿਕਰ ਆ। ਸੋ ਕੀ ਇੱਕ ਐਸੇ ਉੱਚੇ ਅਹੁਦੇ 'ਤੇ ਜਿਹੜਾ ਬਿਰਾਜਮਾਨ ਹੋਵੇ ਉਹਦੇ 'ਤੇ ਇਹੋ ਜਿਹੇ ਇਲਜ਼ਾਮ ਲੱਗੇ ਹੋਣ ਤੇ ਉਹਨੂੰ ਅਹੁਦੇ 'ਤੇ ਰਹਿਣਾ ਚਾਹੀਦਾ ਵਾ? ਇਸ ਮਸਲੇ ਦੇ ਉੱਪਰ ਵਿਚਾਰ ਚਰਚਾ ਅਸੀਂ ਕਰ ਰਹੇ ਹਾਂ। ਵਿਲ ਟੇਕ ਦੀ ਫਸਟ ਕਾਲ। ਦੇਖਦੇ ਹਾਂ ਪਹਿਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਵੀ ਪਬਲਿਕ ਸਰਵਿਸ ਦਿੰਦਾ, ਭਾਵੇਂ ਉਹ ਕਿਸੇ ਵੀ ਅਹੁਦੇ ਤੇ ਹੈ, ਜਿੱਤੋਂ ਇਹੋ ਜਿਹਾ ਗੁਨਾਹ ਹੋ ਜਾਂਦਾ ਹੈ, ਈਵਨ ਉਹ ਕਿੰਤੂ 'ਚ ਵੀ ਆ ਜਾਂਦਾ, ਤੇ ਮੇਰਾ ਖਿਆਲ ਹੈ ਨੈਤਿਕ ਤੌਰ ਤੇ ਅਸਤੀਫਾ ਦੇਣਾ ਬਣਦਾ ਹੈ, ਕਿਉਂਕਿ ਇਹ ਸਿੱਧਾ ਪਬਲਿਕ ਨਾਲ ਜੀ। ਪਰ ਭਾਵੇਂ ਉਹ ਮੈਂ ਕਹੂੰਗਾ ਵੀ ਭਾਵੇਂ ਪ੍ਰਾਈਵੇਟ ਸੰਸਥਾ 'ਚ ਵੀ ਹੁਣ ਪਬਲਿਕ ਨਾਲ ਬਾਤ ਹੈਗਾ ਨਾ, ਪਬਲਿਕ ਨੂੰ ਇਹ ਕਮਿਟਡ ਹੁੰਦੇ ਆ ਵੀ ਸਰਵਿਸ ਦੇਣ ਵਾਸਤੇ, ਖਾਸ ਕਰਕੇ ਜਿਹੜਾ ਹੈਗਾ ਪੁਲਿਸ ਮਹਿਕਮਾ ਤੇ ਜਾਂ ਜਿਹੜਾ ਐਡਵੋਕੇਟ ਜਨਰਲ ਦਾ ਤੁਸੀਂ ਉਹਦਾ ਦੱਸਿਆ, ਇਹ ਨਿਆਂ ਪ੍ਰਣਾਲੀ ਨਾਲ ਉਧਰੋਂ ਜੁੜੇ ਹੋਏ ਆ ਬਈ ਵੱਡੇ ਉਹਦੇ ਆ, ਤੇ ਪੁਲਿਸ ਵਾਲਿਆਂ ਨੇ ਪ੍ਰੋਟੈਕਟ ਕਰਨਾ ਹੁੰਦਾ ਦੂਜੀ ਪਬਲਿਕ ਨੂੰ, ਉਹਨਾਂ ਦਾ ਸੱਚੇ ਰਹਿਣਾ ਬਣਦਾ ਤੇ ਵਧੀਆ ਉਹਦੇ ਸਾਫ਼ ਰੱਖਣੇ। ਤੇ ਇਹ ਜਨਰਲ ਦਾ ਤਾਂ ਐਡਵੋਕੇਟ ਜਨਰਲ ਤਾਂ ਉਦੋਂ ਵੀ ਉੱਪਰ ਹੈ, ਕਿਉਂਕਿ ਇਹਨਾਂ ਨੇ ਕੰਟਰੋਲ ਕਰਕੇ ਕਾਨੂੰਨ ਨੂੰ ਚੰਗੇ ਚਿਹਰੇ 'ਚ ਲਿਆ ਕੇ ਲੋਕਾਂ ਨੂੰ ਇਨਸਾਫ ਦਿਵਾਉਣਾ ਹੁੰਦਾ ਤਾਂ ਕਿ ਪਬਲਿਕ ਨਾਲ ਫੇਅਰ ਹੋਵੇ। ਸੋ ਇਹ ਬਣਦਾ ਤਾਂ ਹੈਗਾ ਵੀ ਨੈਤਿਕ ਤੌਰ ਤੇ ਵੀ, ਜਿੰਨਾ ਚਿਰ ਚਲੋ ਇਹ ਮੇਰੇ ਖਿਆਲ ਪਬਲਿਕ ਜਿਵੇਂ ਤੁਸੀਂ ਕਿਹਾ ਪਰਸਨਲ ਨਹੀਂ, ਇਹ ਪਬਲਿਕ ਹੀ ਹੈ, ਕਿਉਂਕਿ ਇਹ ਉਹਦੇ ਤੇ ਬੈਠੇ ਪਬਲਿਕ ਦੀ ਕੀਤੇ ਉੱਪਰ ਟੈਕਸ ਚੋਂ ਇਹ ਤਨਖਾਹਾਂ ਲੈ ਰਹੇ ਆ। ਸੋ ਜਿਵੇਂ ਤੁਸੀਂ ਇੱਥੇ ਗੱਲ ਕੀਤੀ ਹੈ, ਦੇਖੋ ਅਗਲੇ ਕਿਵੇਂ ਘੜੀਸ ਲੈਂਦੇ ਆ। ਮਾਨਕਲ ਮੈਂਸਕੀ ਵਾਲੇ ਚ ਮਿਲ ਕਲਿੰਟਨ ਨੂੰ ਮੈਂ ਆਹ ਵਾਚ ਕੀਤਾ ਸੀ, ਤਰੇੜੀਆਂ ਵਾਲੇ ਆਟੀਆਂ ਸੀ ਲੋਕਾਂ ਨੇ ਇੱਥੇ ਸਵਾਲ ਕਰਕੇ, ਹੁਣ ਉਹ ਡੋਨਲਡ ਟਰੰਪ। ਸੋ ਇਹੋ ਜਿਹੀ ਪ੍ਰਕਿਰਿਆ ਜਿਹੀ ਜੀ ਇਹਨਾਂ ਦੇਸ਼ਾਂ 'ਚ ਹੈ ਹੋਣੀ ਚਾਹੀਦੀ ਤਾਂ ਕਿ ਇਹਨਾਂ ਨੂੰ ਡਰ ਹੋਵੇ ਵੱਡਿਆ। ਪਰ ਸੰਧੂ ਸਾਹਿਬ ਉਹਨਾਂ ਚਿਰ ਨਹੀਂ ਠੀਕ ਹੋਣਾ ਜਿੰਨਾ ਚਿਰ ਇਹਨਾਂ ਨੂੰ ਪੁਆਇੰਟ ਕਰਨ ਵਾਲੇ ਹੀ ਨਹੀਂ ਸਹੀ ਹੈ। ਜਿਵੇਂ ਵੱਡੇ ਇਸ ਹੁੰਦੇ ਤਾਂ ਅਸਰਦਾਰ ਲੋਕਾਂ ਦੇ ਲਾਏ ਹੋਏ ਆ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜਿੰਨਾ ਚਿਰ ਉਹ ਨਹੀਂ ਹੈਗੇ ਜਨਤਾ ਪ੍ਰਤੀ ਪੂਰੇ, ਜਿੰਨੇ ਉਹਨਾਂ ਦੀ ਸਰਵਿਸ ਕਮਿਟਡ ਨਹੀਂ ਹੈਗੇ, ਇਮਾਨਦਾਰ ਨਹੀਂ ਹੈਗੇ, ਉਹਨਾਂ ਚਿਰ ਇਹ ਵੀ ਕਿਉਂਕਿ ਇੱਕ ਦੂਜੇ ਨਾਲ ਫਿਰ ਆਸ ਚਕਾਰੀ। ਪਰ ਸ਼ੇਰ ਸਿੰਘ ਜੀ ਇਹਦੇ ਬਾਰੇ ਕੀ ਕਹੋਗੇ? ਸ਼ੇਰ ਸਿੰਘ ਜੀ ਇਹ ਕੀ ਕਹੋਗੇ ਕਿ ਇਹ ਨਿੱਜੀ ਆਰੋਪ ਨੇ, ਉਹਨਾਂ ਦੇ ਕੰਮਕਾਜ ਨਾਲ ਸੰਬੰਧ ਨਹੀਂ ਰੱਖਦੇ, ਔਰ ਜੇ ਉਹਨਾਂ ਦਾ ਕੰਮਕਾਜ ਠੀਕ ਹੈ ਤਾਂ ਉਹਨਾਂ ਨੂੰ ਅਸਤੀਫਾ ਕਿਉਂ ਦੇਣਾ ਪਵੇ? ਨਹੀਂ ਸੰਧੂ ਸਾਹਿਬ, ਇਹ ਨਿੱਜੀ ਨਹੀਂ ਹੈਗਾ। ਜਦੋਂ ਕਿਸੇ ਦੇ ਇਹੋ ਜਿਹੇ ਆ ਜਾਵੇ ਉਹ ਰੁਚੀਆਂ ਹੋ ਸਕਦਾ ਉਹ ਜਿਹੜਾ ਇਹ ਉੱਚੇ ਉਹਦੇ ਤੇ ਬੈਠਾ ਦੁਆਰਾ ਪਬਲਿਕ ਨਾਲ ਰਹਿੰਦਿਆਂ ਹੋਇਆਂ ਜਿਹੜਾ ਉਹਦਾ ਰੈਸਟ ਰਹਿੰਦੀ ਹੈਗੀ ਆ ਜੋਬ, ਤੇ ਉਹਦੇ 'ਚ ਨਾ ਪੂਰਾ ਉਤਰਦਾ ਹੋਵੇ। ਇੱਥੋਂ ਦਾ ਇਹ ਲੋਕਤੰਤਰ ਦਾ ਹਿੱਸਾ ਹੈ, ਇੱਕ ਸਰਕਾਰ ਦਾ ਹੁੰਦਾ ਵੀ ਜੇ ਕੋਈ ਬੰਦਾ ਪਾਇਆ ਜਾਂਦਾ ਜਿੰਨਾ ਚਿਰ ਸਿੱਧ ਨਹੀਂ ਹੁੰਦਾ ਉਹਨਾਂ ਚਿਰ ਉਹ ਕੁਰਸੀ ਦੇ ਕਾਬਲ ਨਹੀਂ, ਉਹਨੂੰ ਪਾਸੇ ਕੀਤਾ ਜਾਣਾ ਚਾਹੀਦਾ। ਜਿੰਨਾ ਚਿਰ ਤੱਕ ਆਰੋਪ ਸਿੱਧ ਨਹੀਂ ਹੁੰਦੇ ਜਾਂ ਇਨਕੁਆਇਰੀ ਚੱਲ ਰਹੀ ਆ, ਵੈਸੇ ਇਸ ਵੇਲੇ ਕੋਈ ਇਨਕੁਆਇਰੀ ਨਹੀਂ ਚੱਲ ਰਹੀ, ਕੋਈ FIR ਨਹੀਂ ਹੋਈ, ਉਹਨਾਂ ਚਿਰ ਤੱਕ ਜਿਹੜਾ ਸ਼ਖਸ ਤੇ ਆਰੋਪ ਲੱਗਦੇ ਨੇ ਉਹਨੂੰ ਪਰਾਂ ਹਟ ਜਾਣਾ ਚਾਹੀਦਾ ਆਪਣੇ ਅਹੁਦੇ ਤੋਂ। ਕਾਫੀ ਸੱਜਣ ਦਵਿੰਦਰ ਲੋਪੋਂ, ਅਰਸਾਲ ਢਿੱਲੋਂ, ਮਨਜੀਤ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ। ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਆਇਆ ਵਾ ਕਿ ਨੈਤਿਕਤਾ ਤਾਂ ਭਾਰਤੀ ਲੋਕਾਂ, ਲੀਡਰਾਂ ਤੇ ਨੌਕਰਸ਼ਾਹਾਂ ਤੋਂ ਬਹੁਤ ਦੂਰ ਦੀ ਹੋ ਕੇ ਲੰਘਦੀ ਹੈ। ਜਿਹੜੇ ਲੀਡਰ, ਅਫਸਰ ਤੇ ਅਦਾਲਤਾਂ ਦੇ ਜੱਜ ਰਾਤੋਂ ਰਾਤ ਅਹੁਦਾ ਤਿਆਗ ਕੇ ਜਾਂ ਸੇਵਾ ਮੁਕਤੀ ਮਗਰੋਂ ਕੁਰਸੀ ਦੇ ਲਾਲਚ ਵੱਲ ਵੱਖ-ਵੱਖ ਪਾਰਟੀਆਂ ਦੇ ਸਾਡੇ ਗਲ ਵਿੱਚ ਪਵਾ ਲੈਂਦੇ ਨੇ, ਲਾਲਚ ਵਸ ਵੱਖ-ਵੱਖ ਪਾਰਟੀਆਂ ਦੇ ਸਾਡੇ ਗਲ ਵਿੱਚ ਪਵਾ ਲੈਂਦੇ ਹਨ, ਉਹਨਾਂ ਦੀ ਨੈਤਿਕਤਾ ਬਾਰੇ ਕੀ ਕਹਾਂਗੇ? ਇੰਦਰਜੀਤ ਸਿੰਘ ਉਮਰਪੁਰੀ ਦਾ ਕਹਿਣਾ ਵਾ ਵੀ ਨੈਤਿਕਤਾ ਤਾਂ ਹੈ ਹੀ ਨਹੀਂ ਇੰਡੀਆ ਦੇ ਵਿੱਚ। ਸੋ ਨੈਤਿਕਤਾ ਦੀ ਆਪਾਂ ਕੀ ਗੱਲ ਕਰ ਰਹੇ ਹਾਂ? ਇਹ ਇੰਦਰਜੀਤ ਸਿੰਘ ਉਮਰਪੁਰੀ ਦਾ ਵਿਚਾਰ ਆ। ਬੜਾ ਡਿਫਰੈਂਟ ਮਸਲਾ ਵਾ ਜਿਹਦੇ ਬਾਰੇ ਵਿਚਾਰ ਚਰਚਾ ਅਸੀਂ ਕਰ ਰਹੇ ਹਾਂ। ਜਿਹੜੀ ਕੱਲ੍ਹ ਵਕੀਲ ਔਰਤ ਨੇ
ਵੀਡੀਓ ਕੱਲ ਪਾਈ ਆ ਫੇਸਬੁੱਕ ਦੇ ਉੱਪਰ, ਇਹ ਕਾਫੀ ਗਰੁੱਪਸ ਦੇ ਵਿੱਚ ਸਰਕੂਲੇਟ ਕਰ ਰਹੀ ਆ ਔਰ ਆਲਮੋਸਟ 32 ਮਿੰਟ ਦੀ ਵੀਡੀਓ ਆ, ਡਿਟੇਲਡ ਵੀਡੀਓ ਆ ਔਰ ਇਹਦੇ 'ਚ ਉਹਨਾਂ ਨੇ ਆਰੋਪ ਲਾਏ ਆ ਕਿ AG ਆਫਿਸ ਵੱਲੋਂ ਜਾਂ AG ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵਾ, ਪੁਲਿਸ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਤੁਹਾਨੂੰ ਪਰਿਵਾਰ ਨੂੰ ਖਤਮ ਕਰ ਦਾਂਗੇ ਜੇ ਇਹ ਮਸਲਾ ਚੁੱਕਿਆ। ਲੇਕਿਨ ਉਹਨੇ ਜ਼ਰੂਰਤ ਕੀਤੀ ਹੈ, ਮਸਲਾ ਚੁੱਕਿਆ ਵਾ। ਦੇਖਦੇ ਹਾਂ ਸਰਕਾਰ ਦਾ ਕੀ ਰਵੱਈਆ ਹੋਊ। ਪਹਿਲਾ ਰਵੱਈਆ ਸਰਕਾਰ ਦਾ ਇਹ ਸੀ ਵੀ ਜੋ ਇਸਤੀਫੇ ਦੀ ਗੱਲ ਆ ਇਹ ਗਲਤ ਆ, ਇਹ ਫੇਕ ਨਿਊਜ਼ ਆ। ਇਹ ਕੱਲ ਸਰਕਾਰ ਨੇ ਟਵੀਟ ਕਰਕੇ ਕਿਹਾ ਸੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਲਦੇਵ ਸ਼ੀਨਾ ਜੀ। ਹਾਂਜੀ ਸੰਧੂ ਸਾਹਿਬ, ਇਸ ਤਰ੍ਹਾਂ ਹੈ ਵੀ ਚਲੋ ਮੈਂ ਵੀ ਆਪਾਂ ਵੀ ਤੁਹਾਨੂੰ ਦੱਸਿਆ ਵੀ ਕਾਫੀ ਸਮਾਂ ਪੰਜਾਬ 'ਚ ਰਹੇ ਹਾਂ ਜੀ, ਔਰ ਜਿਹੜੀ ਇਹ ਪੋਸਟ ਹੈ ਜੀ, ਅਸਲ ਇਹ ਪੋਸਟ ਹੈ ਤਾਂ ਸਰਕਾਰੀ ਆ, ਪਰ ਜ਼ਿਆਦਾਤਰ ਇਹ ਪੋਸਟ ਜੀ ਇਹ ਸਿਆਸੀ ਆ, ਕਿਉਂਕਿ ਜੋ ਅਸੀਂ ਨੋਟ ਕਰਦੇ ਰਹੇ ਉਹੀ ਹੁੰਦਾ ਰਿਹਾ ਵੀ ਜਿਹੜਾ ਵੀ ਕੋਈ ਚੰਗਾ ਵਕੀਲ ਜਾਂ ਜਿਹੜਾ ਬੜਾ ਬਹੁਤ ਪਾਰਟੀ ਦਾ ਜਿਹੜਾ ਵਧੀਆ ਵਕੀਲ ਹੈ ਉਸ ਨੂੰ ਹੀ ਮਤਲਬ ਜੇ ਵਾਰੀ ਉਹਦੀ ਪਾਰਟੀ ਸਰਕਾਰ ਬਣਦੀ ਆ ਤਾਂ ਉਹਨੂੰ ਹੀ ਮਤਲਬ ਉਹਨੂੰ ਹੀ ਅਹੁਦਾ ਦੇ ਦਿੱਤਾ ਜਾਂਦਾ। ਇਹ ਬਲਦੇਵ ਸ਼ੀਨਾ ਜੀ ਸਾਰੇ ਮੁਲਕਾਂ 'ਚ ਇਸੇ ਤਰ੍ਹਾਂ ਹੀ ਆ। ਹਾਂਜੀ, ਨਹੀਂ ਉਹ ਤੁਹਾਡੀ ਠੀਕ ਹੈ ਜੀ, ਪਰ ਗੱਲ ਤੇ ਹੈ ਨਾ ਵੀ ਜੇ ਬਾਕੀ ਮੁਲਕਾਂ ਨੇ ਸੰਧੂ ਸਾਹਿਬ ਗੱਲ ਕਰਦੇ ਆ, ਪਰ ਇੱਥੇ ਇਹ ਆ ਵੀ ਇੱਥੇ ਜੇ ਮੰਨ ਲਓ ਜੇ ਹੁਣ ਬਾਈਡਨ ਸਾਡਾ ਪ੍ਰੈਜ਼ੀਡੈਂਟ ਹੈਗਾ, ਇਹਨਾਂ ਨੇ ਬਣਾਇਆ ਵਾ ਨਾ ਮਤਲਬ ਐਡਵੋਕੇਟ ਜਨਰਲ, ਤੇ ਉਹਨੇ ਇਹ ਨਹੀਂ ਹੈਗਾ ਵੀ ਮਤਲਬ ਉਹਨੇ ਪਾਰਟੀ ਦੀ ਮਤਲਬ ਨਹੀਂ ਮਤਲਬ ਉਹ ਮਤਲਬ ਲੋਕਾਂ ਨੂੰ ਇਨਸਾਫ ਹੀ ਦਵਾਉਂਦੇ ਆ ਜੀ। ਜੇ ਆਪਾਂ ਜਿੱਥੇ ਆਪਾਂ ਇਨਸਾਫ ਨਹੀਂ ਦਵਾ ਸਕਦੇ ਨਾ ਉੱਥੇ ਠੀਕ ਆ, ਭਾਵੇਂ ਉਸੇ ਪਾਰਟੀ ਦਾ ਹੋਵੇ, ਪਰ ਉਹ ਸਰਕਾਰ ਲਈ ਕੰਮ ਕਰੇ ਨਾ, ਬਿਲਕੁਲ ਹੀ ਨਾ ਵੀ ਜੇ ਕੋਈ ਪਾਰਟੀ ਗਲਤ ਕੰਮ ਕਰਦੀ ਹੈ ਤੇ ਉਹਦੀ ਮਤਲਬ ਅੱਖਾਂ ਮੀਟ ਕੇ ਉਹਦੀ ਸਪੋਰਟ ਕਰੇ। ਕਿਉਂਕਿ ਇਹ ਤੇ ਦੂਸਰੀ ਚੀਜ਼ ਜਿਹੜੀ ਹੈਗੀ ਆ ਜੀ, ਇਹ ਜਿਹੜੀ ਪੋਸਟ ਹੈਗੀ ਆ ਇਹ ਮਤਲਬ ਇਹਦੇ ਵਿੱਚ ਮੈਂ ਦੇਖਿਆ, ਜੋ ਆਪਣੀ ਅੱਖੀਂ ਦੇਖਿਆ ਵਾ, ਤੁਸੀਂ ਸ਼ਾਇਦ ਮੇਰੀ ਗੱਲ ਤੇ ਇਤਬਾਰ ਕਰੋ ਨਾ ਕਰੋ, ਇਹ ਗੱਲ 80-90 ਦੇ ਗੇੜ ਦੀ ਗੱਲ ਹੈ ਜੀ। ਮੈਂ ਉਸ ਐਡਵੋਕੇਟ ਜਨਰਲ ਦਾ ਨਾਂ ਨਹੀਂ ਲੈਣਾ ਚਾਹਾਂਗਾ, ਲੇਕਿਨ ਉਹਦੀ ਲੜਕੀ ਦੀ ਸ਼ਾਦੀ ਸੀ ਔਰ ਮੈਂ ਉਹਨਾਂ ਦੇ ਦਫ਼ਤਰ 'ਚ ਬੈਠਾ, ਮੈਨੂੰ ਕੋਈ ਆਪਣਾ ਕੰਮ ਜਾਤੀ ਹੈਗਾ ਸੀ, ਮਤਲਬ ਉਹਨਾਂ ਦੇ ਕੋਲ ਬੈਠਾ ਸਾਂ ਤੇ ਉਹਨਾਂ ਦੀ ਸ਼ਾਦੀ, ਲੜਕੇ ਦੀ ਸ਼ਾਦੀ ਸੀ, ਤੇ ਉਸ ਵੇਲੇ 3 ਕੇ 4 SSP ਮੇਰੇ ਸਾਹਮਣੇ ਉੱਥੇ ਆਣ ਕੇ ਉਹਨਾਂ ਨੇ ਆਖਿਆ ਵੀ ਅਸੀਂ ਮਿਲਣਾ ਹੈ। ਉਹਨਾਂ ਨੇ ਮੇਰੇ ਹੁੰਦਿਆਂ ਉਹਨਾਂ ਨੂੰ ਬੁਲਾ ਲਿਆ, ਠੀਕ ਨੇ। ਤੇ ਹੁਣ ਉਹਨਾਂ ਦੇ ਉਹ ਜਿਹੜੇ SSP ਨੇ ਉਹਨਾਂ ਦੀ ਸੰਧੂ ਸਾਹਿਬ, ਹਾਂਜੀ ਤੂੰ ਕੀ ਕਰਨਾ ਜੀ, ਤੂੰ ਮਤਲਬ 4 ਕੁਇੰਟਲ ਮੀਟ ਲਿਆਉਣਾ, ਤੂੰ 4 ਕੁਇੰਟਲ ਪਨੀਰ ਲਿਆਉਣਾ, ਤੂੰ ਇੰਨੀ ਸ਼ਰਾਬ ਲਿਆਉਣੀ ਹੈ, ਤੂੰ ਆਹ ਕੁਛ ਲਿਆਉਣਾ। ਉਹ ਸਾਰੇ SSP ਦੀ ਡਿਊਟੀਆਂ ਲਾਈਆਂ ਉਹਨਾਂ ਨੇ ਵੀ ਤੂੰ ਆਹ ਸਮਾਨ ਲੈ ਕੇ ਆਉਣਾ। ਉਹਨੇ ਕਿਹਾ ਜੀ ਸਾਡੀ ਸੇਵਾ ਦੱਸੋ, ਉਹਨੇ ਕਿਹਾ ਜੀ ਆਹ ਸੇਵਾ ਤੁਸੀਂ ਕਰਨੀ ਆ। ਹੁਣ ਜਿਹੜੇ ਬੰਦਿਆਂ ਨੇ ਫਿਰ ਉਹਨਾਂ ਨੇ ਉਹ ਸੇਵਾ ਜਦੋਂ ਉਹਨਾਂ ਨੇ ਮਤਲਬ ਕਰਨੀ ਆ ਤੇ ਕੱਲ ਨੂੰ ਫਿਰ ਉਹਨਾਂ ਨੂੰ ਜੋ ਲੋੜ ਪੈਂਦੀ ਆ ਫਿਰ ਉਹ ਉਹਨਾਂ ਨੂੰ ਵਰਤਦੇ ਆ ਗਲਤ ਤਰੀਕੇ ਨਾਲ, ਠੀਕ ਨੇ। ਤੇ ਇਹ ਜਿਹੜਾ ਮਸਲਾ ਜੀ ਠੀਕ ਆ ਉਹ ਹੁੰਦਾ ਆ, ਲੇਕਿਨ ਜੇ ਲੋਕਾਂ ਨੂੰ ਆਪਾਂ ਸਰਕਾਰ ਵੱਲੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਨਾ, ਫਿਰ ਉਹਦੇ ਵਿੱਚ ਤੁਸੀਂ ਆਪ ਹਿਸਾਬ ਲਾ ਲਓ ਵੀ ਆਪਾਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਆ। ਜੇ ਬੰਦਾ ਕੋਈ ਗਲਤ ਕੰਮ ਕਰਦਾ ਯਾਰ, ਚਾਹੇ ਉਹ ਕਿਸੇ ਪਾਰਟੀ ਰੱਖਦਾ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ, ਠੀਕ ਹੈ। ਜੇ ਉਹਨੂੰ ਆਪਾਂ ਸਜ਼ਾ ਨਹੀਂ ਮਿਲਦੀ ਤੇ ਜੇ ਫਿਰ ਉਹ ਸਮਝ ਲਓ ਵੀ ਉਹ ਜੇ ਗੌਰਮੈਂਟ ਆ, ਜੇ ਉਹਦਾ ਅੱਜ ਉਹਨਾਂ ਜੇ ਸਮਝੋ ਵੀ ਲੋਕੀ ਅਸਤੀਫੇ ਦੀ ਮੰਗ ਕਰਦੇ ਤੇ ਉਹਨੂੰ ਅਸਤੀਫਾ ਨਹੀਂ ਦਿੰਦਾ, ਇਹਦਾ ਮਤਲਬ ਵੀ ਗੌਰਮੈਂਟ ਉਹਦੀ ਸਪੋਰਟ ਕਰਦੀ ਆ। ਤੇ ਜੇ ਗੌਰਮੈਂਟ ਉਹਦੀ ਸਪੋਰਟ ਕਰਦੀ ਆ ਤੇ ਫਿਰ ਇਹ ਗਲਤ ਆ ਕਿ ਅਗਰ ਇੱਕ ਬੰਦਾ ਕੋਈ ਕ੍ਰਾਈਮ ਕਰਦਾ, ਕੋਈ ਜ਼ੁਲਮ ਕਰਦਾ, ਕੋਈ ਭਾਵੇਂ ਕਿਸ ਤਰੀਕੇ ਦਾ ਹੈਗਾ, ਛੋਟਾ ਵੀ ਜ਼ੁਲਮ ਆ, ਪਰ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਥੈਂਕ ਯੂ ਬਲਦੇਵ ਸ਼ੀਨਾ ਜੀ। ਜੇ ਕੋਈ ਗਲਤੀ ਕਰਦਾ ਵਾ, ਜੇ ਕਿਸੇ ਤੇ ਗੰਭੀਰ ਆਰੋਪ ਲੱਗਦੇ ਆ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਔਰ ਕਹਿਣ ਦਾ ਮਤਲਬ ਉਹਨਾਂ ਦਾ ਹੈ ਕਿ ਉਹਨਾਂ ਨੂੰ ਵਿਨੋਦ ਕਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਵਾ। ਲੇਕਿਨ ਨਿੱਜੀ ਆਰੋਪ ਨੇ, ਕਈ ਲੋਕਾਂ ਦਾ ਕਹਿਣਾ ਵਾ ਕਿ ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਸ਼ਾਇਦ ਸਰਕਾਰ ਦਾ ਵੀ ਇਹੋ ਹੀ ਪੱਖ ਆ। ਮੈਂ ਦੱਸ ਦੇਵਾਂ ਕਿ ਕਿਸੇ ਤਕਨੀਕੀ ਕਾਰਨ ਕਰਕੇ ਗਲੋਬਲ ਪੰਜਾਬ HD ਔਰ ਗਲੋਬਲ ਪੰਜਾਬ TV ਜਿਹੜੇ ਪੇਜਸ ਨੇ ਉਹ ਇਸ ਵੇਲੇ ਨਹੀਂ ਚੱਲ ਰਹੇ। ਔਰ ਇਸ ਵੇਲੇ ਅਸੀਂ ਲਾਈਵ ਹਾਂ ਚੈਨਲ ਪੰਜਾਬੀ ਫੇਸਬੁੱਕ ਔਰ ਮੇਰੇ ਨਿੱਜੀ ਫੇਸਬੁੱਕ ਪੇਜ ਦੇ ਉੱਪਰ। ਸੋ ਉੱਥੇ ਜਾ ਕੇ ਆਪਣੇ ਕਮੈਂਟਸ ਪੋਸਟ ਕਰ ਸਕਦੇ, ਜਾਂ ਚੈਨਲ ਪੰਜਾਬੀ ਫੇਸਬੁੱਕ ਪੇਜ 'ਤੇ, ਜਾਂ ਫਿਰ ਮੇਰੇ ਨਿੱਜੀ ਫੇਸਬੁੱਕ ਪੇਜ ਦੇ ਉੱਪਰ ਕਮਰ ਸੰਧੂ ਫੇਸਬੁੱਕ ਪੇਜ ਦੇ ਉੱਪਰ ਤੁਸੀਂ ਆਪਣੇ ਕਮੈਂਟਸ ਪੋਸਟ ਕਰ ਸਕਦੇ ਜੇ। ਔਰ ਜਿਹੜੇ ਕਮੈਂਟਸ ਆਉਣਗੇ, ਆਏ ਆ ਥੋੜ੍ਹੇ ਕਮੈਂਟ, ਉਹਨਾਂ ਨੂੰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਸ਼ੇਅਰ ਵੀ ਕਰਾਂ। AG ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਦੀ ਗੱਲ ਕਰ ਰਹੇ ਹਾਂ। ਵੈਸੇ ਬੜੇ ਕਾਬਲ ਕ੍ਰਿਮੀਨਲ ਲਾਇਰ ਮੰਨੇ ਜਾਂਦੇ ਨੇ, ਲੇਕਿਨ ਜਦੋਂ ਉਹਨਾਂ ਦੀ ਜਦੋਂ ਅਪਾਇੰਟਮੈਂਟ ਹੋਈ ਸੀ ਉਦੋਂ ਵੀ ਇੱਕ ਵਿਵਾਦ ਤੁਰਿਆ ਸੀ ਕਿ ਸ਼ਾਇਦ ਇਹ ਭਾਰਤ ਭੂਸ਼ਣ ਆਸ਼ੂ, ਗੁਰਮੀਤ ਰਾਮ ਰਹੀਮ, ਸੁਮੇਧ ਸਿੰਘ ਸੈਣੀ ਵਰਗੇ ਬੰਦਿਆਂ ਦੇ ਇਹ ਤੇ ਇਹਨਾਂ ਦੀ ਟੀਮ ਜਿਹੜੀ ਆ ਉਹ ਉਹਨਾਂ ਨੂੰ ਡਿਫੈਂਡ ਕਰਦੀ ਰਹੀ ਆ। ਸੋ ਇਸ ਕਰਕੇ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਦੇ ਖਿਲਾਫ ਕੇਸ ਕੀਤਾ ਹੋਇਆ ਵਾ ਜਾਂ ਕੇਸ ਚੱਲ ਰਿਹਾ ਵਾ, ਇਸ ਕਰਕੇ
ਇਸ ਅਹੁਦੇ ਤੇ ਨਹੀਂ ਲੱਗਣੇ ਚਾਹੀਦੇ, ਲੇਕਿਨ ਸਰਕਾਰ ਨੇ ਉਹਨਾਂ ਨੂੰ ਉਸ ਅਹੁਦੇ ਤੇ ਲਾਇਆ। ਹੁਣ ਤੱਕ ਉਸ ਤੋਂ ਬਾਅਦ ਕੋਈ ਵਿਵਾਦ ਨਹੀਂ ਸੀ ਹੋਇਆ, ਲੇਕਿਨ ਹੁਣ ਨਵਾਂ ਇੱਕ ਵੱਖਰੇ ਤਰੀਕੇ ਦਾ ਵਿਵਾਦ ਜਿਹੜਾ ਵਾ ਇਹ ਚੱਲ ਕੇ ਆ ਰਿਹਾ। ਕੁਝ ਲੋਕਾਂ ਦਾ ਇਹ ਵੀ ਕਹਿਣਾ ਵਾ, ਹਾਲੀ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹਦੇ 'ਚ ਕੋਈ ਪੈਸੇ ਦਾ ਲੈਣ ਦੇਣ ਵੀ ਹੈ, ਕੋਈ ਬਲੈਕਮੇਲ ਦਾ ਐਂਗਲ ਵੀ ਹੈ ਇਹਦੀ, ਲੇਕਿਨ ਹਾਲੀ ਕੋਈ ਪੁਸ਼ਟੀ ਨਹੀਂ ਹੋਈ। ਅਗਲੇ ਦਿਨਾਂ ਦੇ ਵਿੱਚ ਸ਼ਾਇਦ ਇਹਦੀਆਂ ਡਿਟੇਲਸ ਵੀ ਆਉਣਗੀਆਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਭਾਈ ਸਾਹਿਬ ਔਨ 에ਅਰ ਜੇ ਤੁਸੀਂ। ਹੈਲੋ ਹਾਂਜੀ ਸੋਢੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਪਤਾ ਨਹੀਂ ਤੁਸੀਂ ਇਹ ਵੀਡੀਓ ਦੇਖੀ ਆ ਕਿ ਨਹੀਂ, ਜਾਂ ਇਹਦੇ ਬਾਰੇ ਖਬਰ ਸੁਣੀ ਆ ਕਿ ਨਹੀਂ, ਕਿਉਂਕਿ ਇੱਕ ਬੜੇ ਥੋੜ੍ਹੇ ਜਿਹੇ ਮੀਡੀਆ ਦੇ ਵਿੱਚ ਇਹ ਖਬਰਾਂ ਆਈਆਂ ਵਾ, ਲੇਕਿਨ ਤੁਹਾਡਾ ਕੀ ਵਿਚਾਰ ਆ ਕਿ ਇਸ ਤਰ੍ਹਾਂ ਦੇ ਆਰੋਪ ਜੇ ਕਿਸੇ ਸੀਨੀਅਰ ਅਧਿਕਾਰੀ ਤੇ ਲੱਗਦੇ ਆ ਤੇ ਉਸ ਅਧਿਕਾਰੀ ਨੂੰ ਆਪਣੇ ਅਹੁਦੇ ਤੇ ਟਿਕੇ ਰਹਿਣਾ ਚਾਹੀਦਾ? ਵੇਖੋ ਜੀ, ਕੋਈ ਤੇ ਬਾਅਦ ਦੇ ਵਿੱਚ ਉਹਦੇ ਕੋਲੋਂ ਅਸਤੀਫਾ ਮੰਗੇ ਜਾਂ ਕਰੇ, ਉਹਨੂੰ ਆਪਣੇ ਆਪ ਨੈਤਿਕਤਾ ਦੇ ਆਧਾਰ ਤੇ ਹੀ ਚਲੇ ਜਾਣਾ ਚਾਹੀਦਾ। ਓਕੇ। 1962-63 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਰੇਲਵੇ ਮੰਤਰੀ ਸੀ ਤੇ ਰੇਲ ਦਾ ਐਕਸੀਡੈਂਟ ਹੋ ਗਿਆ ਸੀ ਜੀ ਜੀ। ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਰਾਈਟ। ਮਤਲਬ ਮਨਜ਼ੂਰ ਹੋਇਆ ਨਹੀਂ ਹੋਇਆ, ਲੇਕਿਨ ਨਾਟਕਤਾ ਉਹਨੂੰ ਕਹਿੰਦੇ ਸੀ। ਰਾਈਟ। ਹਾਲਾਂਕਿ ਇਹ ਕਿਹੜਾ ਟ੍ਰੇਨ ਚਲਾਉਂਦੇ ਪਏ ਸੀ। ਰਾਈਟ। ਮੁੜ ਕੇ ਉਦੋਂ ਬਾਅਦ ਥੋੜਾ ਜਿਹਾ ਚਿਰ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੀ ਕਿਸੇ ਮਸਜਿਦ ਦੇ ਵਿੱਚ ਆਪਣੇ ਹਜ਼ਰਤ ਮੁਹੰਮਦ ਸਾਹਿਬ ਦਾ ਕੋਈ ਕੇਸ, ਦਾੜੀ ਦਾ ਜਾਂ ਸਿਰ ਦਾ ਕੇਸ ਹੈਗਾ, ਉਹਨਾਂ ਕੋਲ ਪਿਆ, ਉਹ ਚੋਰੀ ਹੋ ਗਿਆ। ਇਹ ਪਤਾ ਨਹੀਂ ਉਦੋਂ ਗ੍ਰਹਿ ਮੰਤਰੀ ਸੀ ਜਾਂ ਕੀ ਸੀ, ਇਹਨਾਂ ਨੇ ਫਿਰ ਅਸਤੀਫਾ ਪੇਸ਼ ਕੀਤਾ। ਪਰ ਉਹ ਖੈਰ ਉਦੋਂ ਪੁਲਿਸ ਏਦਾਂ ਮੁਸਤੈਦ ਹੁੰਦੀ ਸੀ, ਹੁਣ ਵਰਗੀ ਨਹੀਂ ਸੀ ਹੁੰਦੀ, ਤੇ ਉਹ ਫਿਰ ਵਾਲ ਲੱਭ ਗਿਆ, ਕੇਸ ਉਹਨਾਂ ਦਾ ਲੱਭ ਗਿਆ, ਤੇ ਫਿਰ ਇਹਨਾਂ ਨੇ ਅਸਤੀਫਾ ਰਹਿ ਗਿਆ। ਤੇ ਹੁਣ ਤੇ ਕੁਰਸੀ ਨੂੰ ਐਂ ਚਿੰਬੜਦੇ ਆ ਜਿੱਦਾਂ ਕਰੰਟ ਵਾਲੀ ਤਾਰ ਨੂੰ ਸੱਪ ਚਿੰਬੜਦਾ। ਪਰ ਤੁਸੀਂ ਕਿਹਾ ਵੀ ਪੁਲਿਸ ਉਦੋਂ ਮੁਸ਼ਤੈਦ ਹੁੰਦੀ ਸੀ, ਆ ਪੁਲਿਸ ਤੇ ਹੁਣ ਵੀ ਬੜੀ ਅਲਰਟ ਆ। ਕੱਲ ਅੰਮ੍ਰਿਤਪਾਲ ਦਾ ਜਿਹੜਾ ਸਾਥੀ ਆ ਪਪਲਪ੍ਰੀਤ, ਉਹ ਤੇ ਫੜ ਲਿਆ ਕੱਲ। ਨਹੀਂ ਜੀ, ਉਹਨੂੰ ਫੜਨਾ ਤਾਂ ਕੋਈ ਗੱਲ ਹੀ ਨਹੀਂ। ਹੁਣ ਜਿੰਨੀ ਮੁਸਤੈਦ ਆ ਉਹਦੇ ਤੁਹਾਡੇ ਧਿਆਨ 'ਚ ਹੀ ਨਹੀਂ ਆਈ। ਨਕੋਦਰ ਦੇ ਵਿੱਚ ਉਹਨਾਂ ਨੇ ਉਹ ਮੁੰਡਾ ਸੀ ਇੱਕ, ਚਲੋ ਦੂਰੋਂ ਨੇੜੇ ਰਿਸ਼ਤੇਦਾਰ ਹੀ ਸੀ, ਉਹਦੇ ਕੋਲ 30 ਲੱਖ ਰੁਪਈਆ ਉਹ ਬਿਲਡਿੰਗਾਂ ਬਣਾ ਵੇਚਦਾ, 30 ਮੰਗਿਆ, ਉਹਨੇ ਨਹੀਂ ਦਿੱਤਾ, ਉਹਨਾਂ ਨੂੰ ਗੋਲੀ ਮਾਰਤੀ। ਤਰਨਤਾਰਨ ਦੇ ਵਿੱਚ ਕੋਈ ਲੰਡੇ ਗਰੁੱਪ ਦੇ ਬੰਦੇ ਸੀ, ਉਹਨਾਂ ਨੇ ਇੱਕ ਬੰਦਾ ਗੋਲੀ ਮਾਰਤਾ, ਇੱਕ ਪੱਟੀ 'ਚ ਮਾਰਤਾ, ਇੱਕ ਗੁਰਦਾਸਪੁਰ, ਕਿੰਨੇ ਬੰਦੇ ਫਰੌਤੀਆਂ ਮੰਗੇ, ਉਹਨਾਂ ਨਹੀਂ ਦਿੱਤੇ ਤੇ ਉਹਨਾਂ ਗੋਲੀ ਮਾਰ ਦਿੱਤੀ। ਓਕੇ। ਤੇ 3-4 ਦਿਨ ਪਹਿਲਾਂ ਜਿਹੜੀ ਹਨੀਪ੍ਰੀਤ ਆ, ਇਹਦੀ ਪੀਏ ਆਪਣੇ ਦੀ, ਰਾਮ ਰਹੀਮ ਦੀ, ਸੌਦਾ ਸਾਧ ਦੀ ਜੀ, ਹਨੀਪ੍ਰੀਤ ਕੋਲੋਂ 50 ਲੱਖ ਰੁਪਈਆ ਕਿਸੇ ਨੇ ਮੰਗਿਆ। ਜੀ ਜੀ। ਤੇ ਹਨੀਪ੍ਰੀਤ ਉਹ ਮੰਗਣ ਵਾਲੇ ਇਹਨਾਂ ਨੇ ਦੂਜੇ ਦਿਨ ਹੀ ਚੁੱਕ ਲਏ। ਓਕੇ। ਇਹਦੇ ਨਾਲ ਮੁਸਤੈਦੀ ਵਧੀਆ ਕਿਹੜੀ ਆ? ਰੰਨ ਮੰਗੇ ਪੇੜੇ ਦੇਣ ਵਾਲੇ ਬਥੇਰੇ, ਮਰਦ ਮੰਗੇ ਆਟਾ, ਤੇ ਆਟੇ ਤੋਂ ਵੀ ਘੱਟ ਆ। ਬਾਕੀ ਸਾਰਾ ਪੰਜਾਬ ਤੇ ਐਵੇਂ ਹੀ ਹੋ ਗਿਆ ਨਾ। ਓਕੇ। ਉਹਨਾਂ ਨੂੰ ਗੋਲੀਆਂ ਮਾਰਨ ਉਪਰੰਤ ਵੀ ਨਹੀਂ ਫੜਿਆ, ਤੇ ਇਹਦੇ ਤੋਂ ਅਜੇ ਪੈਸੇ ਮੰਗਣ ਤੇ ਹੀ ਤੁਸੀਂ ਫੜ ਲਏ। ਇਹਦੇ ਨਾਲ ਵੱਡੀ ਮੁਸਤੈਦੀ ਕਿਹੜੀ ਹੁੰਦੀ ਆ? ਰਾਈਟ ਰਾਈਟ। ਵੇਖੋ, ਜਿਹੜੀ ਸਰਕਾਰ ਅਜੇ ਤੱਕ ਡੀਜੀਪੀ ਨਹੀਂ ਪੱਕਾ ਲਾ ਸਕੀ ਸਾਲ ਦੇ ਵਿੱਚ, ਤੇ ਇੰਨੇ ਕਿਸੇ ਚੌਕੀ ਦੇ ਵਿੱਚੋਂ ਨਾ ਥਾਣੇਦਾਰ ਨਹੀਂ ਬਦਲਦੇ ਇੰਚਾਰਜ, ਜਿੰਨੇ ਇਹਨਾਂ ਨੇ ਉਹ ਬਦਲ ਦਿੱਤੇ। ਆਪਣਾ ਇਹ ਆ ਤੁਹਾਡੇ ਕੀ ਨਾਮ ਹੈ, ਜਿੰਨੇ ਏਜੀ ਬਦਲੇ ਗਏ ਆ ਸਾਲ 'ਚ, 5-6 ਏਜੀ ਬਦਲੇ ਗਏ ਆ। 1.5 ਸਾਲ ਦੇ ਵਿੱਚ 1 2 3 5। ਹਾਂਜੀ 5। ਵੇਖੋ, ਜਿੱਦਾਂ ਹੁਣ RSS ਦਾ ਸਵਾਲ ਹੈ ਨਾ, RSS ਦਾ ਜਿਹੜਾ ਪ੍ਰਧਾਨ ਹੈ, ਉਹ ਜਦੋਂ ਇਹ ਦੁਨੀਆ ਤੋਂ ਰੁਖਸਤ ਹੋ ਜਾਂਦਾ ਤੇ ਉਹ ਨਵਾਂ ਕਰਦੇ ਆ। ਉਹ ਹੁਣ ਮੋਹਨ ਭਾਗਵਤ ਦੀਆਂ ਵੋਟਾਂ ਥੋੜਾ ਪਈਆਂ, ਉਹਨਾਂ ਨੇ ਬਿਠਾਇਆ ਜਦੋਂ ਵਾਹਿਗੁਰੂ ਨੂੰ ਉਮਰ ਦਰਾਜ ਕਰੇ, ਪਰ ਜਦੋਂ ਉਹ ਗਿਆ ਉਦੋਂ ਇਹਨਾਂ ਨੇ ਨਵਾਂ ਲਾਉਣਾ, ਉਨੀ ਦੇਰ 'ਚ ਕੋਈ ਨਹੀਂ ਕਰਨੀ। ਏਦਾਂ ਹੀ ਪਹਿਲਾਂ ਅਕਾਲ ਤਖਤ ਦਾ ਜਥੇਦਾਰ 1970 ਤੱਕ ਹੁੰਦਾ ਸੀ, ਵੀ ਜਦੋਂ ਆਪਣੀ ਉਹਦੀ ਉਮਰ ਖਤਮ ਹੋ ਜਾਂਦੀ ਸੀ ਤੇ ਉਦੋਂ ਉਹ ਚਲੇ ਜਾਂਦੇ ਸੀ, ਫਿਰ ਨਵਾਂ ਲਾ ਦਿੰਦੇ। ਤੇ ਹੁਣ ਬਾਦਲ ਸਾਹਿਬ ਤੇ ਹਰ ਮੱਸਿਆ, ਹਰ ਪੁੰਨਿਆਂ ਨੂੰ ਨਵਾਂ ਕਰੀ ਜਾਂਦੇ। ਜਿੱਦਾਂ ਬਾਦਲ ਨੇ ਬੇੜਾ ਗਰਕ ਕਰਤਾ, ਉਦਾਂ ਕੇਜਰੀਵਾਲ ਕਰੀ ਜਾਂਦਾ। ਸੋ ਤੁਹਾਨੂੰ ਕੀ ਲੱਗਦਾ, ਇਹਨੂੰ ਫਿਰ ਅਸਤੀਫਾ ਦੇਣਾ ਚਾਹੀਦਾ ਵਾ ਜਾਂ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਆ? ਕੀ ਹੋਣਾ ਚਾਹੀਦਾ? ਨਹੀਂ, ਦੋਵੇਂ ਕੰਮ ਹੋਣੇ ਚਾਹੀਦੇ। ਪਹਿਲੋਂ ਅਸਤੀਫਾ ਤੇ ਫਿਰ ਇਨਕੁਆਇਰੀ। ਇਹਦੇ ਉਹਦੇ ਸੀਟ ਦੇ ਉੱਤੇ ਬਿਰਾਜਮਾਨ ਹੁੰਦੇ ਆ, ਇਨਕੁਆਇਰੀ ਇਹਦੀ ਕੌਣ ਕਰ ਲਓ ਜੀ? ਓਕੇ। ਹੈ ਨਾ? ਤੇ ਇਹ ਤੇ ਗੱਲ ਉਹ ਬਣੀ ਆ ਵੀ ਕਿਸੇ ਨੇ ਸ਼ੇਰ ਗਾਇਆ ਸੀ ਵੀ ਹੀਰ ਦੇ ਬੂਹੇ ਅੱਗੇ ਵੇਖ ਕੇ ਆਸ਼ਕੋਂ ਦਾ ਕੜਮਾਸ।
ਹੀਰ ਦੇ ਬੂਹੇ ਅੱਗੇ ਵੇਖ ਕੇ ਆਸ਼ਕਾਂ ਦਾ ਕੜਮਾਸ ਤੇ ਰਾਂਝਾ ਤਖਤ ਹਜ਼ਾਰੇ ਤੁਰ ਗਿਆ ਫੜ ਕੇ ਪਹਿਲੀ ਬੱਸ। ਇਹਦੇ ਹੁਣ ਕੜਮਾਸ ਪਿਆ ਵਾ, ਜਿਹੜਾ ਪਹਿਲੀ ਬੱਸ ਫੜ ਕੇ ਕੈਨੇਡਾ ਨਿਕਲੀ ਜੋ ਚੰਗੀ ਰਹੂਗਾ, ਬਾਕੀਆਂ ਤੇ NSA ਲਾਈ ਜਾਣੀ ਆ। ਮਿਹਰਬਾਨੀ NSA ਇਦਾਂ ਨਹੀਂ ਲੱਗ ਰਹੀ ਸੋਰੀ ਸਾਹਿਬ, ਜਿਹੜੇ ਕੋਈ ਸਰਕਾਰ ਦੇ ਖਿਲਾਫ ਕੰਮ ਕਰਦੇ ਉਹਨਾਂ ਤੇ ਲੱਗਦੀ ਹੈ, ਇਦਾਂ ਨਹੀਂ ਲੱਗਦੀ। ਤੁਸੀਂ ਤੇ ਸਾਰਿਆਂ ਦੇ ਉੱਤੇ NSA ਲਾਤੀ ਨਾ ਵੀ ਸਰਕਾਰ ਦੇ ਖਿਲਾਫ ਕੰਮ ਕਰਨ ਵਾਲਿਆਂ ਤੇ ਨਹੀਂ ਲੱਗਣੀ ਚਾਹੀਦੀ, ਸਮਾਜ ਦੇ ਖਿਲਾਫ ਲੱਗਣੀ ਚਾਹੀਦੀ ਆ। ਸ਼ੋਰ ਓਕੇ ਦਿਖਾਵੇ ਕੋਈ ਸਰਕਾਰੀ ਪ੍ਰਾਪਰਟੀ ਨੂੰ ਦੇਵੇ ਉਹ ਤੇ NSA ਲਾਓ, ਹੈਨਾ। ਤੇ ਜੇ ਕਿਸੇ ਨੇ ਗੁਰਦੁਆਰੇ ਦੀਆਂ 2 ਕੁਰਸੀਆਂ ਕੰਨ ਕੇ ਭਾਂਤੀਆਂ ਉਹਨੂੰ ਤੇ ਧਾਰਮਿਕ ਸਜ਼ਾ ਵੀ ਹੋ ਸਕਦੀ ਹੈ ਤੇ ਫੌਜਦਾਰੀ ਦੀ ਵੀ ਹੋ ਸਕਦੀ, ਉਹਦੇ ਤੇ NSA ਕੀ ਹੁੰਦੀ ਹੈ ਜੀ? ਸ਼ੋਰ ਬੜਾ ਇੰਟਰਸਟਿੰਗ ਮਸਲਾ ਵਾ। NSA ਦੇ ਉੱਪਰ ਵੀ ਮੈਂ ਡਿਸਕਸ਼ਨ ਲੈ ਕੇ ਆਉਂਗਾ ਕਿ NSA ਜਿਹੜਾ ਵਾ ਇਹ ਕਾਨੂੰਨ ਦੇ ਵਿੱਚ ਹੋਣਾ ਵੀ ਚਾਹੀਦਾ, ਕਿੰਨਾ ਲੋਕਾਂ ਤੇ ਲੱਗਣਾ ਚਾਹੀਦਾ, ਕੀ ਉਹਦਾ ਦੁਰਉਪਯੋਗ ਹੋ ਰਿਹਾ ਵਾ, ਇਹਦੇ ਉੱਪਰ ਜ਼ਰੂਰ ਆਪਾਂ ਕਿਸੇ ਦਿਨ ਵਿਚਾਰ ਚਰਚਾ ਕਰਾਂਗੇ। ਮਿਹਰਬਾਨੀ ਸੋਢੀ ਸਾਹਿਬ। ਮੀਨਵਾਈਲ ਵਰਿੰਦਰ ਸਿੰਘ ਨੇ ਕੋਈ ਕਮੈਂਟ ਕੀਤਾ ਸੀ, ਮੈਂ ਪੜ੍ਹਿਆ ਨਹੀਂ, ਉਹ ਕਹਿ ਰਹੇ ਨੇ ਸ਼ਾਇਦ ਮੈਂ ਮਿਟਾਤਾ, ਨਹੀਂ ਮਿਟਾਇਆ ਨਹੀਂ ਵਰਿੰਦਰ ਸਿੰਘ ਜੀ। ਉਹ ਕਈ ਵਾਰ ਕਮੈਂਟ ਕੰਪਿਊਟਰ ਦੇ ਉੱਪਰ ਲੈਪਟਾਪ ਦੇ ਉੱਪਰ ਨੀਚੇ ਚਲੇ ਜਾਂਦਾ, ਦੁਬਾਰਾ ਜੇ ਪਲੇ ਕਰ ਦਿਓ ਤੇ ਮੈਂ ਜ਼ਰੂਰ ਸ਼ੋਅ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰੂੰਗਾ, ਤੁਹਾਡੇ ਸਕਰੀਨ ਦੇ ਉੱਪਰ ਵੀ ਸ਼ੋਅ। ਵਰਿੰਦਰ ਸਿੰਘ ਜੀ ਮੇਰੀ ਟੀਮ ਮੈਨੂੰ ਦੱਸ ਰਹੀ ਆ ਕਿ ਕੋਈ ਕਮੈਂਟ ਆਇਆ ਨਹੀਂ ਤੁਹਾਡਾ, ਜੇ ਕਮੈਂਟ ਪਾਇਆ ਤੁਸੀਂ ਸਾਡੇ ਕੋਲ ਪਹੁੰਚਿਆ ਨਹੀਂ ਤੇ ਦੁਬਾਰਾ ਪਾ ਦਿਓ ਵਰਿੰਦਰ ਸਿੰਘ ਜੀ, ਬਹੁਤ ਮਿਹਰਬਾਨੀ ਹੋਵੇਗੀ। ਅਗਲੀ ਕਾਲ ਲੈਣੇ, ਇੱਕ ਹੋਰ ਕਾਲ ਲੈ ਕੇ ਮੈਂ ਛੋਟੀ ਜਿਹੀ ਬ੍ਰੇਕ ਲਊਂਗਾ। ਹੈਲੋ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਪ੍ਰਗਟ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜਾ ਤੁਹਾਡਾ ਅੱਜ ਦਾ ਵਿਸ਼ਾ ਬੜਾ ਗੰਭੀਰ ਹੈ ਜੀ, ਸਾਨੂੰ ਤੇ ਇਹਦੀ ਸਮਝ ਨਹੀਂ ਲੱਗਦੀ ਵੀ ਕੀ ਕਹੀਏ। ਨਹੀਂ ਤੁਸੀਂ ਸਿਆਣੇ ਜੇ ਪ੍ਰਗਟ ਬਾਲ ਜੀ, ਸਮਝ ਤੁਹਾਨੂੰ ਪੂਰੀ ਲੱਗਦੀ ਆ। ਹੁਣ ਤੁਸੀਂ ਟਿੱਪਣੀ ਨਹੀਂ ਕਰਨੀ ਚਾਹੁੰਦੇ ਜਾਂ ਆਪਣੇ ਤਰੀਕੇ ਨਾਲ ਟਿੱਪਣੀ ਕਰਨੀ ਚਾਹੁੰਦੇ, ਹੁਣ ਤੁਹਾਡੀ ਮਰਜ਼ੀ ਆ। ਤੁਸੀਂ ਦੱਸੋ, ਕੈਰੋ ਸਾਹਿਬ ਨੇ ਨੈਤਿਕਤਾ ਆਧਾਰ ਤੇ ਦੇਤਾ ਅਸਤੀਫਾ ਤੇ ਮੁੜ ਕੇ ਬਰੀ ਵੀ ਹੋ ਗਏ ਤੇ ਉਹਨੇ ਚਿਰ ਨੂੰ ਰੱਬ ਨੂੰ ਪਿਆਰੇ ਹੋ ਗਏ। ਹਾਂ ਉਦੋਂ ਇਹੋ ਹੀ ਹੋਇਆ ਜੀ, ਉਦੋਂ ਜਿਹੜੇ ਆਰੋਪ ਸੀ ਉਹ ਬੇਬੁਨਿਆਦ ਜਿਹੇ ਆਰੋਪ ਸੀ, ਕੋਈ ਬਹੁਤੀ ਗੱਲ ਹੈ ਨਹੀਂ ਸੀ ਉਹਨਾਂ ਦੇ ਵਿੱਚ, ਲੇਕਿਨ ਫਿਰ ਵੀ ਉਹਨਾਂ ਨੇ ਅਸਤੀਫਾ ਦਿੱਤਾ ਔਰ ਬਾਅਦ ਦੇ ਵਿੱਚ ਉਹ ਨਹੀਂ ਬਣ ਸਕੇ ਦੁਬਾਰਾ ਸੀ। ਹਾਂਜੀ, ਜੇ ਸਰਕਾਰ ਹੀ ਨੈਤਿਕਤਾ ਦੀ ਹੋਊ ਤੇ ਫੇਰ ਹੀ ਇਹ ਵੀ ਤੇ ਨੈਤਿਕ ਉਹਨਾਂ ਦੇ ਹੀ ਚੇਤੇ ਆ। ਕੇਜਰੀਵਾਲ ਸਾਹਿਬ ਕਹਿੰਦੇ ਵੀ ਧਰਮ ਦੇ ਨਾਂ ਤੇ ਮੈਂ ਰਾਜਨੀਤੀ ਨਹੀਂ ਕਰਨੀ, ਤੇ ਹੁਣ ਜਲੰਧਰ ਕੇ ਡੇਰੇ ਤੇ 25 ਕਰੋੜ ਦੇ ਆਏ, ਉਹ ਕਿਹੜੇ ਖਾਤੇ ਜਾਣੀ ਹੈ ਜੀ? ਸੋ ਇਹਦਾ ਮਤਲਬ ਹੈ ਵੀ ਨੈਤਿਕਤਾ ਨੂੰ ਤਾਂ ਅਸੀਂ ਛਿੱਕੇ ਟੰਗਤਾ ਸਾਰੇ ਪਾਸੇ ਹੀ, ਸਾਰੇ ਲੀਡਰਾਂ ਨੇ। ਜਦੋਂ ਸਰਕਾਰਾਂ ਨੇ ਤੇ ਵੇਖੋ ਨਾ, ਪਹਿਲਾਂ ਤਾਂ ਇਹ ਹੁੰਦਾ ਵੀ ਉਹ ਹੰਸਰਾਜ ਹੰਸ ਦੀ ਗੱਲ ਆ ਜਾਂਦੀ ਹੈ ਵੀ ਸਵੇਰੇ ਉੱਠਣ ਤੋਂ ਲੈ ਕੇ ਤੇ ਸੌਣ ਤੱਕ ਜਿੰਨਾ ਝੂਠ ਸਾਰਾ ਦਿਨ ਮਾਰਨਾ ਹੁੰਦਾ, ਤੇ ਇਹਦੇ ਚੋਂ ਕਿਹੜੀ ਨੈਤਿਕਤਾ ਲੱਭਦੇ ਆਪਾਂ? ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਕਿਹੜੀ ਨੈਤਿਕਤਾ ਲੱਭਦੇ ਆਪਾਂ? ਬੜਾ ਵੱਡਾ ਸਵਾਲ ਰੇਜ਼ ਕੀਤਾ। ਜਸਵਿੰਦਰ ਚਾਹਲ, ਹਰਦੀਪ ਸਿੰਘ ਸੋਢੀ ਦੇ ਵੀ ਕਮੈਂਟ ਤੁਸੀਂ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੇ। ਸਰਕਾਰ ਨੇ ਪਹਿਲੋਂ ਕੱਲ ਖਬਰਾਂ ਆਈਆਂ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ, ਫਿਰ ਸਰਕਾਰ ਨੇ ਇਹਦਾ ਖੰਡਨ ਕੀਤਾ, ਉਹਨਾਂ ਕਿਹਾ ਇਹ ਫੇਕ ਨਿਊਜ਼ ਹੈ, ਉਹਨਾਂ ਅਸਤੀਫਾ ਨਹੀਂ ਦਿੱਤਾ। ਬਹੁਤ ਲੋਕਾਂ ਦਾ ਮੰਨਣਾ ਵਾ ਕਿ ਇੱਕ ਨਿੱਜੀ ਮਸਲਾ ਵਾ, ਪਰਿਵਾਰ ਨੇ ਉਹਨਾਂ ਤੇ ਨਿੱਜੀ ਆਰੋਪ ਲਾਏ ਨੇ, ਉਹਨਾਂ ਦੇ ਅਵੈਧ ਸੰਬੰਧਾਂ ਦੀ ਗੱਲ ਕੀਤੀ ਹੈ, ਉਹਨਾਂ ਤੋਂ ਖਤਰੇ ਦੀ ਗੱਲ ਕੀਤੀ ਹੈ, ਔਰ ਇਹਦੇ ਉੱਪਰ ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਦੂਜੇ ਪਾਸੇ ਬਹੁਤ ਸਾਰੇ ਲੋਕਾਂ ਦਾ ਖਿਆਲ ਆ ਕਿ ਉਹਨਾਂ ਨੂੰ ਵਾਕਈ ਅਸਤੀਫਾ ਦੇਣਾ ਚਾਹੀਦਾ ਹੈ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹੋ ਹੀ ਗੱਲ ਰਵਿੰਦਰਜੀਤ ਸਿੰਘ ਪੰਦੇਰ ਨੇ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਕਹੀ ਆ। ਉਹਨਾਂ ਨੇ ਕਿਹਾ ਵਾ AG ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਗਵਰਨਮੈਂਟ ਨੂੰ ਲੈ ਲੈਣਾ ਚਾਹੀਦਾ ਤੇ ਫਿਰ ਇਨਕੁਆਇਰੀ ਕਰਾਉਣੀ ਚਾਹੀਦੀ ਆ ਜਿਹੜੇ ਆਰੋਪ ਲੱਗੇ ਨੇ। ਇਹ ਰਵਿੰਦਰਜੀਤ ਪੰਦੇਰ ਦਾ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਇੱਕ ਮਿੰਟ, ਅਗਲੀ ਕਾਲ ਲੈਣ ਤੋਂ ਪਹਿਲਾਂ ਚਰਨਜੀਤ ਸਿੰਘ ਗੁਮਟਾਲਾ ਦਾ ਵੀ ਕਮੈਂਟ ਆਇਆ। ਉਹ ਕਹਿ ਰਹੇ ਨੇ ਹਾਂਜੀ ਐਡਵੋਕੇਟ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਵਾ ਜਾਂ ਪਾਰਦਰਸ਼ਤਾ ਨਾਲ ਇਸ ਕੇਸ ਦੀ ਪੜਤਾਲ, ਤਾਂ ਕਿ ਪਾਰਦਰਸ਼ਤਾ ਨਾਲ ਇਸ ਕੇਸ ਦੀ ਪੜਤਾਲ ਹੋ ਸਕੇ। ਚਰਨਜੀਤ ਸਿੰਘ ਗੁਮਟਾਲਾ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਭਾਈ ਸਾਹਿਬ, ਔਨ ਏਅਰ ਜੇ ਤੁਸੀਂ? Sir, Kishan Gupta. ਹਾਂਜੀ ਕ੍ਰਿਸ਼ਨ ਗੁਪਤਾ ਜੀ। I think he should resign. He should resign. He should just, yes sir. Then only truth should come out. दूसरी गल है, सोडी साहब जी केजरीवाल निंदा करते हैं। केजरीवाल ने भी फुट दे के सिफा दिया था। He has to resign. लाल बहादुर नहीं, केजरीवाल also resign. Sure, thank you. ਥੈਂਕ ਯੂ ਕ੍ਰਿਸ਼ਨ ਗੁਪਤਾ ਜੀ। ਕ੍ਰਿਸ਼ਨ ਗੁਪਤਾ ਕਹਿ ਰਹੇ ਨੇ ਕਿ ਸੋਢੀ ਸਾਹਿਬ ਨੇ ਕਿਹਾ ਵਾ, ਉਹ ਆਲੋਚਨਾ ਕਰ ਰਹੇ ਸੀ ਕੇਜਰੀਵਾਲ ਦੀ। ਅਰਵਿੰਦ ਕੇਜਰੀਵਾਲ ਨੇ ਵੀ ਨੈਤਿਕਤਾ ਦੇ ਆਧਾਰ 'ਤੇ
2013-14 ਦੇ ਵਿੱਚ ਜਦੋਂ 49 ਦਿਨ ਦੀ ਸਰਕਾਰ ਸੀ ਉਦੋਂ ਅਸਤੀਫਾ ਦਿੱਤਾ ਸੀ। ਸੋ ਉਹਨਾਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ। ਇਹ ਕ੍ਰਿਸ਼ਨ ਗੁਪਤਾ ਨੇ ਕਲੈਰੀਫਾਈ ਕੀਤਾ। ਪਰ ਇਸ ਮਸਲੇ ਤੋਂ ਉਹਨਾਂ ਦਾ ਖਿਆਲ ਹੈ ਕਿ ਏਜੀ ਨੂੰ ਅਸਤੀਫਾ ਦੇਣਾ ਚਾਹੀਦਾ ਵਾ। ਹਾਲਾਂਕਿ ਬਹੁਤ ਸਾਰੇ ਲੋਕਾਂ ਦੀ ਫੀਲਿੰਗ ਆ ਕਿ ਨਿੱਜੀ ਮਸਲਾ ਵਾ, ਅਸਤੀਫਾ ਦੇਣ ਦੀ ਲੋੜ ਨਹੀਂ। ਮਿਸਕੀ ਗੁਪਤਾ ਦਾ ਇੱਕ ਕਮੈਂਟ ਹੁਣੇ ਆਇਆ ਵਾ ਫੇਸਬੁੱਕ ਦੇ ਉੱਪਰ, ਕਹਿ ਰਹੇ ਨੇ ਮੇਰੇ ਅਨੁਸਾਰ ਨਹੀਂ, ਸੋਢੀ ਸਾਹਿਬ ਜੀ ਦੇ ਅਨੁਸਾਰ ਮੈਂ RSS ਦਾ ਸਮਰਥਕ ਹਾਂ। ਉਸ ਅਨੁਸਾਰ ਸੋਢੀ ਸਾਹਿਬ ਜੀ RSS ਬਾਰੇ ਜਾਣਕਾਰੀ ਦਰੁਸਤ ਕਰਨ। RSS ਮੁਖੀ ਜਦੋਂ ਵੀ ਚਾਹੇ ਆਪਣਾ ਅਹੁਦਾ ਤਿਆਗ ਕੇ ਨਵਾਂ RSS ਮੁਖੀ ਲਾ ਦਿੰਦੇ ਨੇ। ਮਿਸਕੀ ਗੁਪਤਾ ਨੇ RSS ਦੀ ਗੱਲ ਕੀਤੀ। ਮਿਸਕੀ ਗੁਪਤਾ ਜੀ RSS ਦੀ ਆਪਾਂ ਅੱਜ ਗੱਲ ਨਹੀਂ ਕਰ ਰਹੇ। ਜੇ ਕੋਈ ਟਿੱਪਣੀ ਕਰ ਵੀ ਦਿੰਦਾ ਤਾਂ ਉੱਥੇ ਜ਼ਰੂਰੀ ਨਹੀਂ ਹੁੰਦਾ ਜਵਾਬ ਦੇਣਾ। ਅੱਜ ਵਾਲੇ ਮਸਲੇ 'ਤੇ ਜ਼ਰੂਰ ਆਓ। ਮੈਂ ਚਾਹੂੰਗਾ ਕਿ ਅੱਜ ਵਾਲੇ ਮਸਲੇ 'ਤੇ ਤੁਸੀਂ ਟਿੱਪਣੀ ਕਰੋ। ਮੈਂ ਫਿਰ ਦੱਸ ਦੇਵਾਂ ਕਿ AG ਆਫਿਸ ਦੀ ਅਸੀਂ ਗੱਲ ਕਰ ਰਹੇ ਹਾਂ। AG ਬਹੁਤ ਇੰਪੋਰਟੈਂਟ ਆਫਿਸ ਹੁੰਦਾ ਵਾ। ਉਹ ਸਰਕਾਰ ਦਾ ਜਿਹੜਾ ਲੀਗਲ ਪੱਖ ਆ ਉਹ ਕੋਰਟ ਦੇ ਵਿੱਚ ਪੇਸ਼ ਕਰਦਾ ਵਾ। ਜਿਹੜੇ ਲੀਗਲ ਕੇਸਿਸ ਹੁੰਦੇ ਆ, ਸਰਕਾਰ ਦੇ ਉੱਪਰ ਬਹੁਤ ਸਾਰੇ ਕੇਸਿਸ ਹੋ ਜਾਂਦੇ ਆ, ਉਹਨਾਂ ਕੇਸਿਸ ਦੇ ਵਿੱਚ ਉਹ ਸਰਕਾਰ ਨੂੰ ਡਿਫੈਂਡ ਵੀ ਕਰਦੇ ਆ। ਇੰਪੋਰਟੈਂਟ ਕੇਸਿਸ ਦੇ ਵਿੱਚ AG ਆਪ ਅਪੀਅਰ ਹੁੰਦੇ ਆ। ਵੈਸੇ ਉਹਨਾਂ ਕੋਲ ਇੱਕ ਟੀਮ ਹੁੰਦੀ ਹੈ ਲਾਅ ਆਫਿਸਰਸ ਦੀ, ਐਡੀਸ਼ਨਲ ਐਡਵੋਕੇਟ ਜਨਰਲ, ਅਸਿਸਟੈਂਟ ਐਡਵੋਕੇਟ ਜਨਰਲ, ਡਿਪਟੀ ਐਡਵੋਕੇਟ ਜਨਰਲ, ਆਲਮੋਸਟ 100-150 ਬੰਦਿਆਂ ਦੀ ਟੀਮ ਹੁੰਦੀ ਆ। ਔਰ ਉਹ ਵੱਖਰੇ ਵੱਖਰੇ ਕੇਸਿਸ ਦੇ ਵਿੱਚ ਸਰਕਾਰ ਨੂੰ ਡਿਫੈਂਡ ਕਰਦੇ ਆ। ਕਈ ਕਾਰਪੋਰੇਸ਼ਨਸ ਔਰ ਬੋਰਡਸ ਦੇ ਜਿਹੜੇ ਮਸਲੇ ਆ ਉਹਨਾਂ ਦੇ ਪੈਨਲ ਦੇ ਉੱਪਰ ਵੀ AG ਆਫਿਸ ਦੇ ਵਕੀਲ ਹੁੰਦੇ ਆ। ਸੋ AG ਆਫਿਸ ਦੇ ਵਿੱਚ ਨੌਕਰੀ ਜਿਹੜੀ ਆ ਬੜੀ ਪ੍ਰੈਸਟੀਜੀਅਸ ਆ, ਕਮਾਈ ਦਾ ਸਾਧਨ ਵੀ ਹੈ, ਤਨਖਾਹ ਵੀ ਮਿਲਦੀ ਹੈ ਇਹਨਾਂ ਨੂੰ। ਲੇਕਿਨ ਉਸ ਤੋਂ ਜ਼ਿਆਦਾ AG ਜਿਹੜਾ ਵਾ ਉਹ ਸਰਕਾਰ ਦਾ ਮੁੱਖ ਲਾਅ ਆਫਿਸਰ ਹੁੰਦਾ ਵਾ। ਸੋ ਇਸ ਕਰਕੇ ਉਹਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ। ਮੈਂ ਜਿਵੇਂ ਦੱਸਿਆ, ਵਿਧਾਨ ਸਭਾ ਦੇ ਵਿੱਚ ਇੱਕੋ ਹੀ ਸ਼ਖਸ ਹੁੰਦਾ ਵਾ ਜਿਹੜਾ ਚੋਣ ਦੇ ਮੁਤਾਬਕ ਚੋਣਾਂ ਦੇ ਤਹਿਤ ਚੁਣਿਆ ਨਹੀਂ ਹੁੰਦਾ, ਲੇਕਿਨ ਉਹ ਫਿਰ ਵੀ ਵਿਧਾਨ ਸਭਾ ਦੇ ਵਿੱਚ ਮੈਂਬਰ ਦੀ ਸੀਟ ਤੇ ਬੈਠਦਾ, ਮੁੱਖ ਮੰਤਰੀ ਦੇ ਬਿਲਕੁਲ ਪਿੱਛੇ ਬੈਠਦਾ, ਤਾਂ ਕਿ ਮੁੱਖ ਮੰਤਰੀ ਨੂੰ ਜੇ ਕਾਨੂੰਨੀ ਰਾਏ ਸਲਾਹ ਦੇਣੀ ਪਵੇ ਤੇ ਪਿੱਛੋਂ ਹੌਲੀ ਜੀ ਉਹ ਸਲਾਹ ਦੇ ਦਿੰਦਾ ਵਾ। ਮੈਂ ਬਹੁਤ ਵਾਰੀ ਪੁਰਾਣੇ ਐਡਵੋਕੇਟ ਜਨਰਲ ਜਿਹੜੇ ਨੇ ਉਹ ਹਾਊਸ ਦੇ ਵਿੱਚ ਬੈਠੇ ਵੇਖੇ ਨੇ। ਸੋ ਇਸ ਕਰਕੇ ਇੰਡੀਆ ਦੇ ਵਿੱਚ ਇੱਕ ਬਹੁਤੇ ਮੁਲਕਾਂ ਦੇ ਵਿੱਚ ਇਹ ਚੀਜ਼ ਨਹੀਂ। ਬਹੁਤੇ ਮੁਲਕਾਂ ਦੇ ਵਿੱਚ ਕਿਸੇ ਮੈਂਬਰ ਨੂੰ ਹੀ ਐਡਵੋਕੇਟ ਜਨਰਲ ਜਾਂ ਉੱਥੇ ਵੀ ਜੋ ਸੋਲਿਸਿਟਰ ਜਨਰਲ ਕਹਿੰਦੇ ਨੇ ਜਾਂ ਜੋ ਵੀ ਕਹਿੰਦੇ ਨੇ ਉਹ ਲਾਇਆ ਜਾਂਦਾ, ਲੇਕਿਨ ਇੱਥੇ ਇੱਕ ਨਾਨ ਮੈਂਬਰ ਨੂੰ ਲਾਇਆ ਜਾਂਦਾ ਔਰ ਉਹ ਨਾਨ ਮੈਂਬਰ ਵਿਧਾਨ ਸਭਾ ਪ੍ਰੋਸੀਡਿੰਗਸ ਅਟੈਂਡ ਕਰਦੇ ਨੇ। ਇੱਕ ਕਾਲਰ ਜੁੜੇ ਹੋਏ ਨੇ ਸਾਡੇ ਨਾਲ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਆ ਅੱਜ ਵਾਲੇ ਮਸਲੇ ਦੇ ਉੱਪਰ। ਹਾਂਜੀ ਭਾਈ ਸਾਹਿਬ। ਹੈਲੋ। ਹਾਂਜੀ, ਔਨ 에ਅਰ ਜੀ ਭਾਈ ਸਾਹਿਬ ਤੁਸੀਂ। ਹਾਂ ਭਾਈ, ਪਤਾ ਕੀ ਹੈਗਾ ਹੁਣ, ਇਹ ਤਾਂ ਭਾਜੀ ਇਲਾਮ ਵਾਂਗੂ ਲੜਦੇ ਆ, ਇਹ ਕਿੱਥੇ ਕੋਈ ਕਾਨੂੰਨ ਬਣਾਉਣ ਜਾਂਦੇ ਆ। ਹਾਂ ਵਿਧਾਨ ਸਭਾ ਦੇ ਵਿੱਚ ਜੀ ਕੋਈ ਬਹਿ ਕੇ ਇਹਨਾਂ ਨੇ ਕੋਈ ਡਿਸਕਸ ਕਰੇ ਕਿੰਨਾ ਚਿਰ ਲਾ ਲਓ। ਪਿੱਛੇ ਤੁਸੀਂ ਪਹਿਲਾਂ ਇੱਕ ਵਾਰ ਕਾਂਗਰਸ ਦੇ ਅਕਾਲੀਆਂ ਦਾ ਰਾਜ ਸੀਗਾ, ਉਹ ਤਾਂ ਉੱਪਰੇ ਚੜ ਗਏ ਸੀਗੇ। ਆ ਚੰਨੀ ਚੁੰਨੀ ਪਿੱਛੇ ਆ ਸਾਰੇ ਥੋੜੇ ਦੇਰ ਉੱਪਰ ਜਾ ਕੇ ਸਪੀਕਰ ਨੂੰ ਘੇਰ ਲਿਆ ਜਾ ਕੇ, ਪਹਿਲਾ ਪਾਰਟੀ ਜਾ ਕੇ। ਇਹਨਾਂ ਨੂੰ ਬੈਠ ਮਿਲ ਕੇ ਸਾਰਾ ਭਾਜੀ ਹੱਲ ਕਰਨਾ ਚਾਹੀਦਾ। ਚੱਕਰ ਭਾਜੀ ਹਿੰਦੁਸਤਾਨ ਦੇ ਜਿਹੜੇ ਹਾਲਾਤ ਆ ਨਾ, ਹੁਣ ਆਹ ਤੁਹਾਡਾ ਆਡੀਓ ਸੀਗਾ ਆਸ਼ੂਤੋਸ਼ ਸੀਗਾ, ਉਹਦੀ ਮੈਂ ਕੱਲ ਸੁਣ ਰਿਹਾ ਸੀ ਇੱਕ satya.hindi.com ਤੇ। ਉਹ ਕਹਿੰਦੇ ਵੀ ਨਰਿੰਦਰ ਮੋਦੀ ਬੰਦਾ ਦੱਸ ਰਿਹਾ ਸੀਗਾ, ਉਹ ਕਹਿੰਦਾ ਵੀ ਜਿੱਥੇ ਨੇ ਚਾਹ ਬੈਠੀ ਉੱਥੇ ਦਾ ਅੱਡਾ ਉੱਥੇ ਹੈ ਹੀ ਨਹੀਂ ਸੀ ਰੇਲਵੇ ਸਟੇਸ਼ਨ। ਫਿਰ ਇਹ ਕਹਿੰਦੇ ਜਨਾਨੀ ਜਿਹੜੀ ਵਿਆਹ ਕਰਾਇਆ ਉਹ ਛੱਡ ਕੇ ਭੱਜਿਆ ਆ। ਹੁਣ ਕਿਸੇ ਚੀਜ਼ ਤੇ ਜਵਾਬ ਨਹੀਂ। ਜਿਹੜੇ ਦੰਗੇ ਕਰਵਾਏ ਇਹਨਾਂ ਨੇ ਭਾਜੀ ਕਾਨੂੰਨ ਦੇ ਵਿੱਚ ਤਾਂ ਨਹੀਂ ਆ ਰਹੇ। ਬਿਹਾਰ 'ਚ, ਮਹਾਰਾਸ਼ਟਰ 'ਚ, ਬੰਗਾਲ 'ਚ। ਹੁਣ ਸਾਡੇ ਇੱਕ ਰਿਸ਼ਤੇਦਾਰ ਬੰਗਾਲ ਦੇ ਵਿੱਚ ਹੈਗਾ, ਉਹਦੇ ਪੁਰਾਣੇ ਕਰਾਲੀ ਕੋਲ ਤੇ ਹੈਗੇ ਆ ਸੌੜਾ ਤੋਂ, ਤੇ ਉਹ ਕਹਿੰਦੇ ਵੀ ਇਹ ਆ ਜਿਹੜਾ ਗਾਹ ਪਾਇਆ ਸਾਰਾ ਕਹਿੰਦੇ BJP ਨੇ ਪਾਇਆ ਜਿੱਤਣ ਖਾਤਰ 2024 'ਚ। ਅੱਛਾ, ਚੱਕਰ ਤਾਂ ਸਿਸਟਮ ਭਾਜੀ ਇੰਡੀਆ ਦਾ। ਆ ਤੇਰੀ ਕਿਹੜੀ ਹੈਗੀ ਹੈ ਕਾਜਲ, ਜਿਹੜੀ ਹਿੰਦੁਸਤਾਨੀ ਹੈ, ਉਹ ਕਿੰਨਾ ਭਾਜੀ ਕਿੰਨਾ ਕੁਛ ਬੋਲ ਰਹੀ ਹੈ, ਉਹਦੇ ਤਾਂ ਕੋਈ ਕਾਨੂੰਨ ਲਾਗੂ ਨਹੀਂ ਹੋ ਰਿਹਾ। ਸਾਡੇ ਮੁੰਡਿਆਂ ਦੇ ਕਾਨੂੰਨ ਲਾਗੂ ਹੋ ਗਏ। ਠੀਕ ਹੈ ਜੀ। ਭਗਵੰਤ ਮਾਨ ਦੀ ਅੱਜ ਕੋਟੀ ਇੱਕ ਵੀਡੀਓ ਤੇ ਇੱਥੇ ਚੱਲ ਰਹੀ ਸੀਗੀ YouTube ਤੇ, ਜਦ ਬਾਪੂ ਸੂਰ ਸਿੰਘ ਨੂੰ ਮਿਲਣ ਗਿਆ ਹੈ, ਉਦੋਂ ਇਹ ਕੀ ਕਹਿ ਰਿਹਾ, ਇਹ ਬੈਠ ਕੇ ਭਾਜੀ ਕਾਨੂੰਨ ਦੇ ਨਾਲ ਸਾਰੀਆਂ ਗੱਲਾਂ, ਜੇ ਕੋਈ ਬੰਦਾ ਗਲਤ ਕੰਮ ਕਰ ਰਿਹਾ ਤੁਸੀਂ ਸਮਝਾ ਦਿਓ ਬਜਾ ਨੂੰ ਵੀ ਭਾਈ ਜੀ ਤੁਹਾਡੇ ਨਾਲ ਹੈ। ਸ਼ੋਰ ਤੁਹਾਡੇ ਕੋਲ ਸੀਗਾ ਭਾਜੀ ਜਹਾ ਦਰਬਾਰਾ ਸਿੰਘ, ਜਦੋਂ ਪਹਿਲਾਂ ਮੁੱਖ ਮੰਤਰੀ ਬਣੇ ਆ, ਉਹਨੇ 11 ਕਿੱਲੇ ਸਾਡੇ ਪਿੰਡਾਂ ਦੀ ਜ਼ਮੀਨ ਜਬਰੀ। ਪਹਿਲਾਂ ਸਰਵਾਲ ਕਹਿ ਰਹੇ ਕੁੜੀ ਵਿਆਹ ਤੇ ਘਰੇ, ਉੱਥੇ ਦਾ ਸਰਵਾਲ ਕਹਿ ਰਿਹਾ ਹੋ ਨਹੀਂ ਰਿਹਾ ਹੈਗਾ। ਉਹ ਜਿਹੜੀ ਖਰੜ ਦੇ ਨੇੜੇ ਦੀ ਗੱਲ ਕਰ ਰਹੇ ਤੁਸੀਂ? ਤੁਹਾਡੇ ਨਾਲ ਤੁਹਾਡੇ ਸੀਗਾ ਉਹ ਮਸਲਾ ਅਸੀਂ ਚੁੱਕਿਆ ਸੀ ਜੀ। ਮੈਂ ਉਦੋਂ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਹੁੰਦਾ ਸੀ, ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਨਹੀਂ ਭਾਜੀ, ਉਹ ਮੁੱਖ ਮੰਤਰੀ ਬਣਦੀ ਭਾਜੀ। ਇਹ 1981-82 ਦੀ ਗੱਲ ਹੈ ਜੀ, ਮੈਨੂੰ ਯਾਦ ਹੈ ਇਸ ਗੱਲ। ਇਹ
ਇੱਕ ਖਹਿਰਾ ਰੌਲਾ ਪਾ ਰਿਹਾ ਹੋਰ ਪਾਸੇ। ਇਹ ਜਿੱਦਣ ਦਾ ਦੇਖੋ ਭਾਜੀ ਅਸੀਂ ਦੇ ਨਾਲ ਸੀਗੇ ਹਮੇਸ਼ਾ, ਜਦੋਂ ਨਵੀਂ ਪਾਰਟੀ ਵੀ ਬਣਾਈ ਹੈ ਤਾਂ ਵੀ ਨਾਲ ਸੀਗੇ। ਇਹ ਜਦੋਂ ਭਾਈ ਛਾਪਾ ਮਾਰ ਕੇ ਦੂਜੇ ਪਾਸੇ ਜਾ ਪੜਦਾ ਹੈ, ਇਹ ਪੁੱਛਦਾ ਕਿਸੇ ਨੂੰ? ਹੁਣ ਤੁਸੀਂ ਟਿਕ ਗਏ, ਤੁਸੀਂ ਭਾਜੀ ਤੁਸੀਂ ਪਿੱਛੇ ਹਟ ਗਏ ਸਾਰੀਆਂ ਗੱਲਾਂ ਚੋਂ, ਉਹ ਤਾਂ ਨਹੀਂ ਹਟਿਆ ਹੈਗਾ। ਸੋ ਸਿੱਧੂ ਭਾਜੀ, ਨਵਜੋਤ ਸਿੱਧੂ ਨੇ ਭਾਜੀ 20 ਸਾਲਾਂ 'ਚ ਕੀ ਕਰਤਾ? ਕੁਝ ਵੀ ਨਹੀਂ ਕੀਤਾ। ਸੋ ਤੁਹਾਡਾ ਖਿਆਲ ਹੈ ਵੀ ਨੈਤਿਕਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ? ਕੰਮ ਕਰ ਰਹੇ ਭਾਜੀ ਸਾਡੇ ਮੁੱਖ ਮੰਤਰੀ ਹੈ ਡਾਕਟਰ ਚਰਨਜੀਤ ਸਿੰਘ ਚਮਕੌਰ ਸਾਹਿਬ ਤੋਂ, ਭਾਜੀ ਸਾਰੇ ਇੱਕ ਪੈਸਾ ਗੰਨੇ ਦਾ ਦਵਾਤਾ ਉਹ ਬੰਦੇ ਨੇ ਹੈ ਜੀ। ਸ਼ਾਬਾਸ਼ ਦੇਣੀ ਬਣਦੀ ਆ ਇਹ ਬੰਦੇ ਨੂੰ ਭਾਜੀ। ਪਹਿਲਾਂ ਵੀ ਮੁੱਖ ਮੰਤਰੀ ਵੀ ਉੱਥੇ ਰਿਹਾ, ਕਦੇ ਨਹੀਂ ਮਿਲੇ ਭਾਜੀ ਹੈ। ਸੋ ਸਾਰੇ ਗੰਨੇ ਦੀ ਬਕਾਇਆ ਮਿਲ ਗਿਆ ਸਾਰੇ ਲੋਕਾਂ ਨੂੰ? ਸਭ ਮਿਲ ਗਿਆ ਭਾਜੀ। ਜੇ ਥੋੜਾ ਬਹੁਤਾ ਕਿਤੇ ਰਹਿੰਦਾ ਹੋਊਗਾ ਸਾਰਾ ਮਿਲ ਗਿਆ। ਮਿੰਡੇ ਸ਼ੂਗਰ ਮਿਲ ਚੋਂ ਸਾਰਾ ਭਾਜੀ। ਬਹੁਤ ਵਧੀਆ ਜੀ। ਮੈਂ ਇਹ ਵਿਧਾਨ ਸਭਾ ਦੇ ਵਿੱਚ ਬੜੀ ਵਾਰੀ ਮਸਲਾ ਚੁੱਕਿਆ ਸੀ ਕਿ ਮੋਰਿੰਡੇ ਸ਼ੂਗਰ ਮਿਲ ਤੇ ਬਾਕੀ ਸ਼ੂਗਰ ਮਿਲਸ ਦਾ ਜਿਹੜਾ ਕੋਆਪਰੇਟਿਵ ਸ਼ੂਗਰ ਮਿਲਸ ਦਾ ਪੈਸਾ ਨਹੀਂ ਲੋਕਾਂ ਨੂੰ ਮਿਲਿਆ। ਜੇ ਮਿਲ ਗਿਆ ਤੇ ਬਹੁਤ ਅੱਛੀ ਗੱਲ ਹੈ ਔਰ ਸ਼ਾਬਾਸ਼ ਜਿੰਨੇ ਵੀ ਦਵਾਇਆ ਵਾ। ਔਰ ਤੁਸੀਂ ਕਹਿ ਰਹੇ ਜੀ ਡਾਕਟਰ ਚਰਨਜੀਤ ਸਿੰਘ ਜਿਹੜੇ ਚਮਕੌਰ ਸਾਹਿਬ ਤੋਂ MLA ਨੇ, ਉਹਨਾਂ ਦੇ ਯੋਗਦਾਨ ਹੈ, ਬਹੁਤ ਅੱਛੀ ਗੱਲ ਹੈ। ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ। ਚਰਨਜੀਤ ਸਿੰਘ ਗੁਮਟਾਲਾ ਜਿਨ੍ਹਾਂ ਦਾ ਹੁਣੇ ਕਮੈਂਟ ਆਇਆ ਉਹ ਦੱਸ ਰਹੇ ਨੇ, ਵੈਸੇ ਉਹ ਬਾਹਰ ਅਮਰੀਕਾ ਰਹਿੰਦੇ, ਉਹ ਕਹਿ ਰਹੇ ਨੇ ਅੱਜ ਕੱਲ੍ਹ ਅੰਮ੍ਰਿਤਸਰ ਆਏ ਹੋਏ ਨੇ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਨੇ। ਸੋ ਕਾਫੀ ਉਹਨਾਂ ਨੇ ਅੰਮ੍ਰਿਤਸਰ ਦੇ ਮਸਲੇ ਜਿਹੜੇ ਨੇ ਉਹ ਸਮੇਂ-ਸਮੇਂ 'ਤੇ ਚੁੱਕੇ ਆ। ਹੁਣੇ ਇੱਕ ਫਲਾਈਟ ਵੀ ਚੱਲੀ ਹੈ ਵਾਇਆ ਡਾਇਰੈਕਟ ਫਲਾਈਟ ਇੰਡੀਆ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਤੇ US ਵਾਇਆ ਇਟਲੀ। ਸੋ ਉਹਦੇ ਵਿੱਚ ਵੀ ਇਸ ਵਿਚਾਰ ਮੰਚ ਦਾ, ਅੰਮ੍ਰਿਤਸਰ ਵਿਚਾਰ ਮੰਚ ਦਾ ਕਾਫੀ ਯੋਗਦਾਨ ਹੈ। ਤੇਜਿੰਦਰ ਬੱਲ ਕਹਿ ਰਹੇ ਨੇ ਕਿ AG ਨੂੰ ਰਿਜ਼ਾਈਨ ਕਰਨਾ ਚਾਹੀਦਾ ਵਾ। ਇਹ ਪੋਸਟ ਜਿਹੜੀ ਆ ਇਹ ਬਹੁਤ ਹਾਈ ਐਥਿਕਸ ਤੇ ਚੰਗੇ ਕਿਰਦਾਰ ਦੀ ਪੋਸਟ ਹੈ। ਇਹ ਤੇਜਿੰਦਰ ਬੱਲ ਦਾ ਵਿਚਾਰ ਆ। ਦਰਸ਼ਨ ਧਾਲੀਵਾਲ ਦਾ ਵੀ ਵਿਚਾਰ ਹੁਣੇ ਆਇਆ ਜਿਹੜੇ ਤੁਹਾਡੀ ਸਕਰੀਨ ਤੇ ਵੀ ਸੀ ਵੀ ਬਹੁਤ ਸੀਰੀਅਸ ਐਲੀਗੇਸ਼ਨ ਹੈ ਔਰ AG ਨੂੰ ਅਸਤੀਫਾ ਦੇਣਾ ਚਾਹੀਦਾ ਵਾ ਜਾਂ ਉਹਨੂੰ ਇਨਕੁਆਇਰੀ ਹੋਣ ਤੱਕ ਸਸਪੈਂਡ ਕਰ ਦੇਣਾ ਚਾਹੀਦਾ। ਸਸਪੈਂਸ਼ਨ ਦਾ ਪ੍ਰੋਵੀਜ਼ਨ ਤੇ ਨਹੀਂ, ਕਿਉਂਕਿ ਉਹ ਸਰਕਾਰੀ ਉਸ ਤਰੀਕੇ ਦੇ ਸਰਕਾਰੀ ਨੌਕਰ ਨਹੀਂ ਹਨ। ਉਹ ਸਰਕਾਰੀ ਅਹੁਦੇ ਤੇ ਜ਼ਰੂਰ ਨੇ ਲੇਕਿਨ ਉਹ ਉਸ ਤਰੀਕੇ ਦੇ ਨੇ, ਉਹਦਾ ਅਹੁਦੇ ਤੇ ਨਹੀਂ, ਇਸ ਤਰ੍ਹਾਂ ਦੇ ਨੌਕਰ ਨਹੀਂ ਕਿ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕੇ। ਪਾਸੇ ਜ਼ਰੂਰ ਉਹਨਾਂ ਨੂੰ ਕੀਤਾ ਜਾ ਸਕਦਾ ਵਾ ਦਰਸ਼ਨ ਧਾਲੀਵਾਲ ਜੀ। ਮੀਨਵਾਈਲ ਇੱਕ ਹੋਰ ਕਾਲਰ ਸਾਡੇ ਨਾਲ ਨੇ ਇਸ ਵੇਲੇ, ਦੇਖਦੇ ਹਾਂ ਉਹ ਇਸ ਮੌਜੂਦਾ ਕੰਟਰੋਵਰਸੀ ਬਾਰੇ ਕੀ ਟਿੱਪਣੀ ਕਰਨੀ ਚਾਹੁੰਦੇ ਆ। ਹੈਲੋ ਹਾਂਜੀ ਸੰਤ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੰਤ ਸਾਹਿਬ ਮੁਲਤਾਨੀ ਫਰਮ ਨਿਊਯਾਰਕ। ਹਾਂਜੀ ਮੁਲਤਾਨੀ ਜੀ, ਤੁਹਾਡਾ ਕੀ ਵਿਚਾਰ ਹੈ ਇਸ ਨਵੀਂ ਵਿਵਾਦ ਬਾਰੇ? ਵਿਵਾਦ ਹੁੰਦੇ ਰਹਿੰਦੇ ਪੰਜਾਬ ਦੇ ਵਿੱਚ, ਇੱਕ ਹੋਰ ਵਿਵਾਦ ਤੁਰ ਪਿਆ ਜੀ। ਜੀ 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 ਸਿਰਫ ਜਾਤੀਆਂ ਹੁੰਦੀਆਂ ਪਈਆਂ, ਜਾਤੀ ਸ਼ਰੀਫ ਲੋਕਾਂ ਨਾਲ। ਡੈਫੀਨੇਟਲੀ AG ਸ਼ੁੱਡ ਰਿਜ਼ਾਈਨ। ਓਕੇ। ਦੂਸਰਾ ਸੰਤ ਸਾਹਿਬ ਦੇਖੋ, ਸਰਕਾਰਾਂ ਨੂੰ ਜਿਹੜੇ ਗੁਰਮੀਤ ਰਹੀਮ, ਸਮੀਰ ਸੈਣੀ ਦੁਸ਼ਟ ਬੰਦਿਆਂ ਦੇ ਕੇਸ ਲੜ ਰਹੇ ਆ, ਇਹਨਾਂ ਨੂੰ ਇਹੀ ਕਰੈਕਟਰ ਦੇ ਬੰਦੇ ਮਿਲਦੇ AG ਲਾਉਣ ਵਾਸਤੇ, ਦੂਜਾ ਬੰਦਾ ਨਹੀਂ ਮਿਲਦਾ। ਕਿੰਨੇ ਤੁਸੀਂ AG ਚੇਂਜ ਕਰ ਦਿੱਤੇ ਸਾਲ ਦੇ ਵਿੱਚ, 1.5 ਸਾਲ ਵਿੱਚ ਭਗਵੰਤ ਮਾਨ ਨੇ। ਵਾਟ ਹੀ ਇਜ਼ ਡੂਇੰਗ? ਭਗਵੰਤ ਮਾਨ ਨੇ ਤਾਂ ਸਿਰਫ ਇੱਕੋ ਹੀ AG ਪਹਿਲਾਂ ਬਦਲਿਆ ਵਾ, ਹੁਣ ਪਤਾ ਨਹੀਂ ਦੂਜਾ ਬਦਲਦੇ ਕਿ ਨਹੀਂ ਬਦਲਦੇ। 1.5 ਸਾਲ ਦੇ ਵਿੱਚ 5 ਬਦਲੇ ਗਏ ਆ, ਲੇਕਿਨ ਭਗਵੰਤ ਮਾਨ ਨੇ ਨਹੀਂ 5 ਬਦਲੇ ਜੀ। ਠੀਕ ਹੈ, ਚਲੋ ਕੋਈ ਸਰਕਾਰ ਵੀ ਸੀ, ਘੱਟ ਤਾਂ ਕੋਈ ਵੀ ਕਿਸੇ ਨੂੰ ਨਹੀਂ ਕੀਤਾ ਨਾ ਕਿਸੇ ਨੂੰ। ਜਿਹੜਾ ਕੋਈ ਟਾਈਮ ਪੀਰੀਅਡ ਨਹੀਂ ਪੂਰਾ ਇਹਨਾਂ ਲਿਮਟ ਕਰ ਦਿੰਦੇ ਪਏ, ਵਟ ਦੇ ਐਕਸਪੈਕਟ ਫਰਮ them। ਦੂਸਰਾ ਸੰਤ ਸਾਹਿਬ ਤੁਸੀਂ ਗੱਲ ਕੀਤੀ ਆ NS ਦੀ, ਦੇਖ ਲਓ ਕਿੰਨੇ ਹਾਸੇ ਦੀ ਗੱਲ ਹੋਈ ਆ। ਜਿਨ੍ਹਾਂ ਬੰਦਿਆਂ ਨੇ ਮਾਲੇਰਾਮ ਨੂੰ ਪਿੰਡ ਭੁੱਲ ਗਿਆ ਜਿੱਥੇ ਗੁਰਮੀਤ ਸਿੰਘ ਦੇ ਬੰਦਿਆਂ ਨੇ ਬੰਬ ਬਲਾਸਟ ਕੀਤਾ ਤੇ ਛੋਟੇ 5-6 ਸਾਲ ਦੇ ਬੱਚੇ ਮਾਰ ਦਿੱਤੇ। ਚੰਡੀਗੜ੍ਹ 'ਚ ਬੰਬ ਬਲਾਸਟ ਹੋਇਆ, ਸ਼ੁਭਦੀਪ ਸਿੱਧੂ ਨੂੰ ਮਾਰ ਕੇ AK-47 ਦੇ AK-50 ਦੀਆਂ ਗੋਲੀਆਂ ਨਾਲ ਉਡਾਇਆ ਗਿਆ। ਉਹਨਾਂ ਦੇ ਕੋਈ NS ਨਹੀਂ ਲੱਗਦੀ। ਇਹ ਗੁਰੂ ਦੇ ਸਿੰਘਾਂ ਦੀ ਲੱਗਦੀ ਪਈ ਆ, ਜਿਨ੍ਹਾਂ ਵੱਧ ਤੋਂ ਵੱਧ ਕੀ ਕੀਤਾ, ਇੱਕ ਬੰਦੇ ਨੂੰ ਫੜ ਲਿਆ ਤਾਂ ਜਾਓ ਤੇ ਇਲੀਗਲ FIR ਦਰਜ ਹੋਈ ਆ, ਤੇ ਜੇ ਪੁਲਿਸ ਸਟੇਸ਼ਨ ਤੇ ਹਮਲਾ ਕਰਤਾ ਕੋਈ ਕਿਸੇ ਗੋਲੀ ਨਹੀਂ ਚੱਲੀ, ਕੋਈ AK-47 ਨੂੰ ਕੋਈ ਨਹੀਂ ਫੜੇਗੀ, ਬੰਬ ਨਹੀਂ ਫੜਿਆ ਗਿਆ। ਨਹੀਂ, ਪੁਲਿਸ ਸਟੇਸ਼ਨ ਤੇ ਹਮਲਾ ਕਰਨਾ ਤੇ ਸੀਰੀਅਸ ਐਲੀਗੇਸ਼ਨ ਹੈ ਭਾਈ ਸਾਹਿਬ। ਹਾਂਜੀ, ਪੁਲਿਸ ਸਟੇਸ਼ਨ ਤੇ ਹਮਲਾ ਕਰਨਾ ਇਹਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਸੰਧੂ ਸਾਹਿਬ ਕੀ ਉਹਨਾਂ ਕੋਲ AK-47 ਸੀ? ਨਹੀਂ, AK-47 ਕਰਾਊਡ ਸੀ। ਸੰਤ ਸਾਹਿਬ ਇਹ ਜਿਹੜਾ FIR ਦਰਜ ਉਹਨਾਂ ਦੀ ਹੋਣੀ ਚਾਹੀਦੀ ਸੀ ਪੁਲਿਸ ਨੇ, ਜਿਨ੍ਹਾਂ ਨੇ ਫੇਕ FIR ਕੀਤੀ ਤੇ ਫਿਰ ਉਹਦੇ ਕਹਿਣ ਤੇ ਵੀ ਛੱਡਿਆ ਨਹੀਂ, ਉਹਨੂੰ ਪ੍ਰੋਡਿਊਸ ਨਹੀਂ ਕੀਤਾ ਗਿਆ ਕੋਰਟ ਆਫ ਲਾ ਦੇ ਵਿੱਚ। ਲਾ ਕਹਿੰਦਾ ਨਾ ਵਿਦਨ 24 ਆਵਰ, then 24 ਆਵਰ ਯੂ ਹੈਡ ਟੂ ਪ੍ਰੋਡਿਊਸ ਇਨ ਦ ਕੋਰਟ ਆਫ ਲਾ। ਕਿਉਂ ਨਹੀਂ ਕੀਤਾ ਗਿਆ ਐਸਪੀ ਨੇ ਉੱਥੋਂ, ਕਿਉਂ ਨਹੀਂ ਕੀਤਾ? ਉਹਨਾਂ ਨੇ ਫੇਕ ਕੰਮ ਕੀਤਾ, ਇਲੀਗਲ ਕੰਮ ਕੀਤਾ ਵਾ, ਉਹਨਾਂ ਦਾ ਕੋਈ ਐਕਸ਼ਨ ਨਹੀਂ। ਤੇ ਗੁਰੂ ਸਿੰਘਾਂ ਦੇਖੋ, ਮੰਨ ਲਿਆ ਤੁਸੀਂ ਮਾੜੀ ਮੋਟੀ ਗੱਲਬਾਤ ਹੋਈ ਆ, ਇੱਕ FIR 307 ਪਰਚਾ ਕਰ ਲੈਂਦੇ, ਕੁਛ ਕਰ ਲੈਂਦੇ, ਪਰ ਤੁਸੀਂ NS ਨਾਮ ਦਾ ਕਿੱਥੇ ਦਾ ਸੁਨਾਤ ਆ? ਕਿਉਂ ਸਾਡਾ ਜੀਣਾ ਨਾਮ ਕੀਤਾ ਵਾ? ਮੇਰੀ ਰੋਜ਼ ਪੰਜਾਬ 'ਚ ਪਿੰਡਾਂ ਗੱਲਬਾਤ ਹੁੰਦੀ ਵੀ ਆ ਕਿਵੇਂ ਦਹਿਸ਼ਤ ਫਾਤੀ ਆ। ਲਾਸਟ ਗੱਲ 1 ਮਿੰਟ ਲੈਣਾ ਵਾ ਤੁਹਾਡਾ, ਜੋ ਦਾ ਹੈਗਾ ਦੀਪਕ, ਕੱਲ ਦਮਦਮ ਸਾਹਿਬ ਉਹਨੇ ਸਪੀਚ ਦਿੱਤੀ ਆ,
ਹੁਣ ਦੱਸਿਆ ਵੀ ਸਾਡੇ ਤੇ ਕਿਵੇਂ ਜ਼ੁਲਮ ਹੋ ਰਿਹਾ ਪੱਤਰਕਾਰਾਂ ਦੇ, ਕਿੰਨੀਆਂ FRI 307 ਦੇ ਪਰਚੇ ਹੋ ਗਏ ਆ, ਸਾਡੇ ਅਕਾਊਂਟ ਬੰਦ ਕਰ ਦਿੱਤੇ ਗਿਆ। ਇੰਨੀ ਜਾਤੀਕਾਰੀ ਸਰਕਾਰ ਇਸ ਟਾਈਮ। ਹਾਂਜੀ, ਤੁਹਾਡੇ ਦੀਪ ਯੋਧਾ ਬੋਲਿਆ ਵਾ ਜਿਹੜਾ ਹਰ ਕੁਰਬਾਨੀ ਕਰਨ ਤਿਆਰ ਆ, ਸਲੂਟ ਬਣਦੀ ਸਾਡੀ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਥੈਂਕ ਯੂ ਭਾਈ ਸਾਹਿਬ, ਥੈਂਕ ਯੂ ਮੁਲਤਾਨੀ ਜੀ। ਮੀਨਵਾਈਲ ਚਰਨਜੀਤ ਸਿੰਘ ਗੁਮਟਾਲਾ ਨੇ ਕਮੈਂਟ ਕੀਤਾ ਕਿ ਅਕਾਲੀ ਦਲ ਨੇ ਆਬਜੈਕਸ਼ਨ ਰੇਜ਼ ਕੀਤਾ ਗਈ ਦੀ ਅਪਾਇੰਟਮੈਂਟ ਬਤੌਰ AG, ਕਿਉਂਕਿ ਉਹ ਡੇਰਾ ਚੀਫ ਦਾ ਉਹ ਵਕੀਲ ਸੀ। ਇੱਕ ਤਰੀਕੇ ਨਾਲ ਹਾਸੋ ਹੋਣੀ ਗੱਲ ਹੈ ਵੈਸੇ ਤੇ ਚਰਨਜੀਤ ਸਿੰਘ ਗੁਮਟਾਲਾ ਜੀ, ਪਰ ਚਲੋ ਤੁਸੀਂ ਇਹ ਪੁਆਇੰਟ ਰੇਜ਼ ਕੀਤਾ ਵਾ। ਉਹ ਸਿਰਫ ਗੁਰਮੀਤ ਰਾਮ ਰਹੀਮ ਦੇ ਵਕੀਲ ਨਹੀਂ ਸਨ, ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਦੇ ਖਿਲਾਫ ਸਰਕਾਰ ਇਸ ਵੇਲੇ ਕੇਸ ਚਲਾ ਰਹੀ ਆ, ਉਹਨਾਂ ਦਾ ਵੀ ਵਕੀਲ ਸਨ, ਔਰ ਸੁਮੇਧ ਸਿੰਘ ਸੈਣੀ ਦੇ ਵੀ ਵਕੀਲ ਸਨ। ਸੁਮੇਧ ਸਿੰਘ ਸੈਣੀ ਤੁਹਾਨੂੰ ਪਤਾ ਹੀ ਆ ਕਿ ਉਹ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਉਹਨਾਂ ਦਾ ਨਾਂ ਉਸ ਚਾਰਜਸ਼ੀਟ ਦੇ ਵਿੱਚ ਆਇਆ ਹੋਇਆ। ਹਰਦੀਪ ਸਿੰਘ ਸੋਢੀ ਦਾ ਕਮੈਂਟ ਆਇਆ ਵਾ ਕਿ ਆਪਣੀ ਮਰਜ਼ੀ ਨਾਲ ਤਾਂ ਕੋਈ ਵੀ ਕਿਸੇ ਅਹੁਦੇ ਤੋਂ ਅਸਤੀਫਾ ਦੇ ਸਕਦਾ ਹੈ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਪਰ ਸਵਾਲ ਤਾਂ ਇਹ ਹੈ ਕਿ ਬਾਦਲਾਂ ਦੇ ਜਥੇਦਾਰ ਬਦਲਣ ਵਾਂਗ RSS ਦੇ ਪ੍ਰਧਾਨ ਨੂੰ ਤਾਂ ਨਹੀਂ ਬਦਲਦੇ। ਹਰਦੀਪ ਸਿੰਘ ਸੋਢੀ ਜੀ, ਆਪਾਂ RSS ਦੀ ਗੱਲ ਵੱਲ ਨਾ ਤੁਰੀਏ, ਉਹ ਮਸਲਾ ਹੈ ਨਹੀਂ ਅੱਜ। ਮਿਸਕੀ ਗੁਪਤਾ ਵੀ ਇਹ ਮਸਲਾ ਲੈ ਆਏ ਆ, ਪਰ ਆਪਾਂ ਇਹਦੇ 'ਤੇ ਗੱਲ ਨਾ ਕਰੀਏ। ਇੱਕ ਹੋਰ ਕਮੈਂਟ ਆਇਆ ਹੋਇਆ ਵਾ, ਉਹ ਅਸੀਂ ਮੇਰੇ ਖਿਆਲ ਹੁਣੇ ਮੈਂ ਸਕਰੀਨ 'ਤੇ ਦੇਖਿਆ ਵਾ। ਜੋਗਿੰਦਰ ਸਿੰਘ ਭੋਗਲ ਦਾ ਕਮੈਂਟ ਹੈ ਕਿ ਜਿਸ ਤਰ੍ਹਾਂ KPS ਗਿੱਲ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਅਨੈਤਿਕਤਾ ਕਰਨ ਦੀ ਖੁੱਲ੍ਹ ਸੀ, ਲੱਗਦਾ ਹੈ ਕਿ ਮੌਜੂਦਾ ਸਰਕਾਰ ਨੇ ਵੀ AG ਸਾਹਿਬ ਨੂੰ KPS ਗਿੱਲ ਵਰਗੀ ਹੀ ਮਹੱਤਤਾ ਦੇ ਰੱਖੀ ਹੋਵੇ। ਇਸ ਤਰ੍ਹਾਂ ਦਾ ਕੋਈ ਕੰਪੈਰੀਜ਼ਨ ਤਾਂ ਨਹੀਂ ਜੋਗਿੰਦਰ ਸਿੰਘ ਭੋਗਲ ਜੀ ਬਣਦਾ, ਲੇਕਿਨ ਇਸ ਮਸਲੇ 'ਤੇ ਦੇਖਦੇ ਹਾਂ ਕਿ ਸਰਕਾਰ ਦਾ ਕੀ ਰਵੱਈਆ ਹੋਊਗਾ, ਕਿਉਂਕਿ AG ਦੇ ਉੱਪਰ ਗੰਭੀਰ ਆਰੋਪ ਨੇ। ਇਹਨਾਂ ਦਾ ਸਰਕਾਰ ਕੀ ਇਹਨਾਂ ਦਾ ਨੋਟਿਸ ਲੈਂਦੀ ਹੈ ਜਾਂ ਨੋਟਿਸ ਨਹੀਂ ਲੈਂਦੀ, ਇਹ ਦੇਖਣਾ ਹੋਵੇਗਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਆਹ ਇਹ ਹੈ ਜੀ ਕਿ ਪੋਸਟ ਇੰਨੀ ਇਨਫਲੂਐਂਸ ਹੈ, ਇਹਦੇ ਤੇ ਕੋਈ ਬੰਦੇ ਜਿਹੜੇ ਬੜਾ ਡਰ ਕੇ ਕੁਰਬਾਨ ਜਾਈਏ ਕੁੜੀ ਤੇ ਜਿਹੜੇ ਨੇ ਉਹ ਓਪਨ ਹੋ ਕੇ ਬੋਲੀ ਹੈ, ਨਹੀਂ ਤਾਂ ਕੋਈ ਬੋਲਣ ਨੂੰ ਤਿਆਰ ਹੀ ਨਹੀਂ ਹੁੰਦਾ। ਮੈਂ ਬੜਾ ਹੈਰਾਨ ਆ ਕਿ ਉਹ ਕਿਸ ਤਰ੍ਹਾਂ ਦਲੇਰੀ ਨਾਲ ਬੋਲ ਪਈ ਹੈ। ਔਰ ਦੂਸਰੀ ਗੱਲ ਇਹ ਕਿ CM ਵਾਸਤੇ ਵੀ ਇਹ ਬੜੀ ਬਦਨਾਮੀ ਹੈ ਤੇ ਜੇ ਇਹਨੂੰ ਬਾਹਰ ਕੱਢੇਗਾ, ਕਿਉਂਕਿ ਅੱਗੇ ਉਹਨਾਂ ਦੀ ਪੋਜੀਸ਼ਨ ਜਿਹੜੇ ਪਹਿਲੇ ਕੱਢੇ ਆ ਉਹਦਾ ਸਹੀ ਤਰ੍ਹਾਂ ਜਵਾਬ ਨਹੀਂ ਦੇ ਸਕਿਆ ਕਿ ਮੈਂ ਕਿਉਂ ਕੱਢੇ ਆ, ਤੇ ਇਹ ਕੱਢੇਗਾ ਤੇ ਆਪੋਜੀਸ਼ਨ ਵੀ ਬੋਲੇਗੀ ਕਿਉਂ ਕੀ ਹੋ ਗਿਆ, ਤੇ ਕੋਈ ਬੰਦਾ ਕੋਈ ਨਹੀਂਗਾ। ਸੋ ਇਹ ਹੱਲ ਮਸਲਾ ਵੈਸੇ ਤਾਂ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਮੇਰੇ ਹਿਸਾਬ ਸਿਰ, ਪਰ ਇਹ ਮੇਰੇ ਖਿਆਲ ਕਰੇਗਾ ਨਹੀਂ, ਕਿਉਂਕਿ CM ਦੀ ਵੀ ਮੁੱਛ ਦੀ ਗੱਲ ਆਈ ਹੋਈ ਹੈ। ਪਰ ਮਲਹੋਤਰਾ ਜੀ, ਇਹ ਇਸ਼ੂ ਇਹ ਵਾ ਵੀ ਜੇ ਕਿਸੇ ਸਰਕਾਰੀ ਅਹੁਦੇਦਾਰ ਤੇ ਨਿੱਜੀ ਆਰੋਪ ਲੱਗਦੇ ਨੇ ਤੇ ਉਹਦੇ ਤੇ ਉਹਦਾ ਰਿਜ਼ਾਈਨ ਕਰਨਾ ਬਣਦਾ ਵਾ, ਇਹ ਵੀ ਬਹੁਤ ਲੋਕ ਪੁੱਛ ਰਹੇ ਨੇ। ਮੈਂ ਤੁਹਾਨੂੰ ਦੱਸਣਾ, ਪ੍ਰੈਜ਼ੀਡੈਂਟ ਆਫ ਅਮਰੀਕਾ ਤੇ ਵੀ ਇਹ ਇਲਜ਼ਾਮ ਲੱਗਾ ਸੀ, ਪਰਸਨਲ ਇਲਜ਼ਾਮ ਸੀ, ਇੱਕ ਲੜਕੀ ਦਾ ਲੱਗਾ ਸੀ, ਤੇ ਉਹਨੇ ਕਿਹੜਾ ਰਿਜ਼ਾਈਨ ਕਰਤਾ ਸੀਗਾ? ਨਹੀਂ ਕੀਤਾ ਸੀ, ਨਹੀਂ ਕੀਤਾ ਸੀ। ਕੇਸ ਇਨਕੁਆਇਰੀ ਹੋਈ, ਕੇਸ ਚੱਲਣਾ ਸੀ, ਫਿਰ ਕੇਸ ਵੀ ਨਹੀਂ ਚੱਲਿਆ ਉਦੋਂ। ਮੈਂ ਕਹਿੰਦਾ ਇਨਫਲੂਐਂਸ ਹੈ ਨਾ ਜੀ, ਕੀ ਕਰ ਲੋਗੇ ਤੁਸੀਂ? ਪੋਸਟ ਦੇ ਇਨਫਲੂਐਂਸ ਹੈ, ਕੁਝ ਵੀ ਨਹੀਂ ਹੋ ਸਕਦਾ। ਇਸ ਕਰਕੇ ਇਹਦਾ ਇਨਫਲੂਐਂਸ ਬਹੁਤ ਜ਼ਬਰਦਸਤ ਹੈ, ਕੁਝ ਵੀ ਨਹੀਂ ਹੋ ਸਕਦਾ। ਓਕੇ, ਪਰ ਵੈਸੇ ਨੈਤਿਕਤਾ, ਕਿੰਨਾ ਕੁ ਨੈਤਿਕਤਾ ਨੂੰ ਆਪਾਂ ਨੂੰ ਇੰਪੋਰਟੈਂਸ ਆਪਾਂ ਦਿੱਤੀ ਜਾਂਦੀ ਹੈ, ਦੇਣੀ ਚਾਹੀਦੀ ਹੈ ਮਲਹੋਤਰਾ ਜੀ? ਦੇਣਾ ਚਾਹੀਦੀ ਹੈ, ਪਰ ਹਿੰਦੁਸਤਾਨ ਹੈ ਮਹਾਰਾਜ, ਹਿੰਦੁਸਤਾਨ 'ਚ ਕੌਣ ਪੁੱਛਦਾ ਵਾ? ਜਾਂ ਤਾਂ ਸੈਂਟਰ ਥੋੜਾ ਦਬਾਅ ਪਾਵੇ, ਕੋਈ ਸੈਂਟਰ ਕੋਈ ਖਿੱਚੇ ਜਰਾ, ਵੇਖੋ 2 ਦਿਨਾਂ 'ਚ ਮਸਲਾ ਹੱਲ ਹੋ ਜਾਂਦਾ। ਨਹੀਂ, ਪਰ ਜੇ ਸੈਂਟਰ ਦਬਾਅ ਪਾਵੇ, ਜੇ ਸੈਂਟਰ ਖਿੱਚੇ, ਤੇ ਫਿਰ ਆਪਾਂ ਕਹਿੰਦੇ ਆ ਵੀ ਸੈਂਟਰ ਦਖਲ ਅੰਦਾਜ਼ੀ ਕਰ ਰਿਹਾ ਵਾ ਸਟੇਟਾਂ ਦੇ ਵਿੱਚ। ਪਰ ਨਜਾਇਜ਼ ਵੀ ਨਾ ਕਰਨ, ਇੱਥੇ ਨਜਾਇਜ਼ ਕਿੰਨੇ ਹੋਏ, ਇੱਥੇ ਇੰਡੀਆ 'ਚ ਨਜਾਇਜ਼ ਵੀ ਕਿੰਨੀ ਹੋ ਰਹੀ, ਪੰਜਾਬ 'ਚ ਵੀ ਨਜਾਇਜ਼ ਕਿੰਨੀ ਹੋ ਰਹੀ, ਇਹ ਵੀ ਵੇਖੋ ਨਾ ਨਾਲ। ਸ਼ੋਰ, ਥੈਂਕ ਯੂ ਮਲਹੋਤਰਾ ਜੀ, ਥੈਂਕ ਯੂ। ਮੀਨਵਾਈਲ ਜੱਸੀ ਸਿੰਘ ਦਾ ਵੀ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ ਕਿ ਇਹਨਾਂ ਲੋਕਾਂ ਦਾ ਕੁਝ ਨਹੀਂ ਵਿਗਾੜ ਸਕਦਾ, 2 ਦਿਨ ਗੱਲ ਉੱਠੂਗੀ, ਫਿਰ ਇਹ ਗੱਲ ਠੰਡੀ ਪੈ ਜਾਊਗੀ। ਇਹ ਜੱਸੀ ਸਿੰਘ ਦਾ ਵਿਚਾਰ। ਇਹਦਾ ਮਤਲਬ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵਾ ਉਹ ਨਿਰਾਸ਼ ਹੋ ਚੁੱਕੇ ਨੇ, ਉਹ ਸੋਚਦੇ ਨੇ ਕਿ ਇਹ ਮਸਲੇ ਚੁੱਕਣ ਦਾ ਕੋਈ ਫਾਇਦਾ ਨਹੀਂ, 2-4 ਦਿਨ ਮਸਲੇ ਚੁੱਕੇ ਜਾਂਦੇ ਆ, ਫਿਰ ਆਪਣੇ ਆਪ ਹੀ ਗੱਲ ਜਿਹੜੀ ਆ ਫਿਰ ਬਹਿ ਜਾਂਦੀ ਹੈ। ਜਸਵਿੰਦਰ ਚਾਹਲ ਉਹਨਾਂ ਦਾ ਵੀ ਕਮੈਂਟ ਆਇਆ ਵਾ। ਉਹ ਕਹਿ ਰਹੇ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫੇ ਦਿੱਤੇ ਜਾਂਦੇ ਹੁੰਦੇ ਤਾਂ ਅਸਤੀਫਿਆਂ ਦੀ ਝੜੀ ਲੱਗ ਜਾਣੀ ਸੀ, ਪਰ ਇੱਥੇ ਤਾਂ ਉਹ ਹੁੰਦੇ ਜੋ ਲੋਕ ਨਹੀਂ ਚਾਹੁੰਦੇ। ਜੋ ਲੋਕਾਂ ਨੂੰ ਚਾਹੁੰਦੇ ਆ ਇਹਦੀ ਕੋਈ ਗੱਲ ਨਹੀਂ ਕਰਦਾ, ਜੋ ਲੋਕੀ ਚਾਹੁੰਦੇ ਆ ਉਹਦੀ ਕੋਈ ਗੱਲ ਨਹੀਂ ਕਰਦਾ। ਬਿਲਕੁਲ ਠੀਕ ਗੱਲ ਹੈ ਜਸਵਿੰਦਰ ਚਾਹਲ ਜੀ। ਬਹੁਤ ਵਾਰੀ ਮੰਤਰੀ ਜਿਹੜੇ ਨੇ ਉਹ ਕਈ ਤਰੀਕੇ ਦੀਆਂ ਸਟੇਟਮੈਂਟ ਦੇ ਦਿੰਦੇ ਆ, ਮਾਈਨਿੰਗ ਰੋਕਤੀ, ਮਾਈਨਿੰਗ ਦਾ ਇੰਨਾ ਰੇਟ ਹੋ ਗਿਆ, ਲੇਕਿਨ ਬਾਅਦ 'ਚ ਪਤਾ ਲੱਗਦਾ ਵਾ ਵੀ ਉਹ ਸਭ ਝੂਠ ਆ। ਇਸੇ ਤਰ੍ਹਾਂ ਦੇ ਸਰਕਾਰ ਦੇ ਬਾਰੇ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਆ, ਔਰ ਬਾਅਦ ਦੇ ਵਿੱਚ ਚੁੱਪ ਕਰਕੇ ਪੂਛ ਲੁਕੋ ਕੇ ਜਿਹੜੇ ਮੰਤਰੀ ਆ ਉਹ ਵੀ ਤੁਰੇ ਫਿਰਦੇ ਆ। ਇਹ ਹਮੇਸ਼ਾ ਚੱਲਦਾ ਰਿਹਾ ਵਾ, ਹੁਣ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਵਾ। ਸੋ ਮੇਰਾ ਖਿਆਲ ਆ
ਅਕਾਊਂਟੇਬਿਲਿਟੀ ਦੀ ਵਾਕਈ ਕਮੀ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿਸਕੀ ਗੁਪਤਾ ਬੋਲਦਾ ਜੀ। ਹਾਂਜੀ ਮਿਸਕੀ ਗੁਪਤਾ ਜੀ, RSS ਦੀ ਨਹੀਂ, ਆਪਾਂ RSS ਦੀ ਗੱਲ ਨਹੀਂ ਅੱਜ ਕਰ ਰਹੇ। ਨਹੀਂ, ਉਹ ਥੋੜਾ ਜਿਹਾ ਤੁਹਾਡੇ ਨਾਲ ਪ੍ਰੇਮ ਹੈ ਜੀ, ਤੁਹਾਡੀ ਹਿਸਾਬ ਨਾਲ ਥੋੜਾ ਜਿਹਾ। ਸੋਢੀ ਸਾਹਿਬ ਨਾਲ ਜਿਹੜਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਤੁਸੀਂ ਫੋਨ ਤੇ ਕਰ ਲਿਆ ਕਰੋ ਨਾ। ਕਦੇ ਕਦੇ ਕਰਦੇ, ਸਾਨੂੰ ਛੋੜ ਦੇ ਦਿਆ ਕਰੋ। ਕੋਈ ਗੱਲ ਨਹੀਂ। ਹਾਂਜੀ ਹਾਂਜੀ ਦੱਸੋ। ਸੰਧੂ ਸਾਹਿਬ, ਮੇਰੀ ਨਜ਼ਰ 'ਚ 376 ਤੇ 120 ਦਾ ਪਰਚਾ ਦਰਜ ਹੋਇਆ ਸੀ ਲੌਂਗੋਵਾਲ 'ਚ ਜੀ। ਅੱਛਾ। ਤੇ ਉਹ ਬੰਦਾ ਬਰੀ ਹੋ ਗਿਆ। ਅੱਛਾ। ਬਰੀ ਬਰੀ ਹੋ ਗਿਆ। ਹਾਂਜੀ। ਹੁਣ ਉਹਦੇ 4 ਬੱਚੇ ਨੇ। ਅੱਛਾ। ਹੋਇਆ ਕਿ ਜੀ, ਉਹ ਸਹਿਮਤੀ ਨਾਲ ਕੁੜੀ ਉਹਦੇ ਨਾਲ ਗਈ ਸੀ, ਸਹਿਮਤੀ ਨਾਲ। ਬਾਅਦ ਚ ਵਿਰੋਧੀ, ਜਿਹੜਾ ਉਹਦੇ ਬੰਦੇ ਦੇ ਵਿਰੋਧੀ ਸੀ, ਉਹਨਾਂ ਨੂੰ ਪਤਾ ਲੱਗ ਗਿਆ, ਉਹਨੇ ਚੱਕ ਕੇ ਉਹਨੂੰ 10 ਲੱਖ ਰੁਪਇਆ ਦਿੱਤਾ ਕੁੜੀ ਨੂੰ। ਉਹਨਾਂ ਨੇ 10 ਲੱਖ ਰੁਪਇਆ ਦੇ ਕੇ ਕੁੜੀ ਤੋਂ ਕੇਸ ਕਰਾਤਾ 376 120 ਦਾ। ਤੇ ਉਹਦੇ ਵਿੱਚੋਂ ਮੁੰਡਾ ਅੰਦਰ ਰਹਿ ਕੇ ਆਇਆ। ਠੀਕ ਹੈ ਜੀ। ਤੇ ਹੁਣ ਤੁਸੀਂ ਆਪਾਂ ਨੂੰ ਕਿਵੇਂ ਕਹਿ ਸਕਦੇ ਆ ਵੀ ਇਹ ਚ ਸੱਚਾਈ ਹੈ? ਜੇ ਆਪਾਂ ਇਸ ਤਰ੍ਹਾਂ ਹੀ ਇਕੱਲੇ ਗੱਲ ਤੇ ਅਸਤੀਫੇ ਦੇਣ ਲੱਗ ਗਏ ਜੀ, ਫਿਰ ਤਾਂ ਮੈਂ ਉੱਠੂਗਾ ਕੱਲ ਨੂੰ ਕਹੂੰਗਾ ਵੀ ਸੰਧੂ ਸਾਹਿਬ ਨੇ ਆਹ ਕੀਤਾ ਜੀ, ਸੰਧੂ ਸਾਹਿਬ ਵੀ ਅਸਤੀਫਾ ਦੇਣ। ਪਰਸੋਂ ਨੂੰ ਭਗਵੰਤ ਮਾਨ ਤੇ ਕੋਈ ਕਹਿ ਦੂਗਾ, ਚੌਥੇ ਨੂੰ ਨਰਿੰਦਰ ਮੋਦੀ ਤਾਂ ਰੋਜ਼ ਹੀ ਕਹਿੰਦੇ ਨੇ। ਭਗਵੰਤ ਮਾਨ ਵੀ ਚਲੋ ਰੋਜ਼ ਕਹਿੰਦੇ, ਕਿਤੇ ਕਿਸੇ ਤੇ ਕਹਿੰਦੇ ਨਹੀਂ, ਫਿਰ ਤਾਂ ਅਸਤੀਫਿਆਂ ਦੀ ਝੜੀ ਲੱਗੀ ਰਹੂਗੀ ਜੀ। ਇਹਦੇ ਗੱਲ ਇਹ ਜ਼ਰੂਰ ਹੈ ਜੀ ਵੀ ਉਹਦੀ ਜਾਂਚ ਫੇਅਰ ਤਰੀਕੇ ਨਾਲ ਜਾਂਚ ਹੋਵੇ, ਕਿਸੇ ਵੱਡੀ ਏਜੰਸੀ ਤੋਂ ਜਾਂਚ ਹੋਵੇ ਜੀ, ਤੇ ਇਹਦਾ ਪ੍ਰਭਾਵ ਨਾ ਹੋਵੇ। ਪਰ ਮਿਸਕੀ ਗੁਪਤਾ ਜੀ, ਜਾਂਚ ਜੇ ਬੰਦਾ ਉਹਦੇ ਤੇ ਬਿਰਾਜਮਾਨ ਆ ਤੇ ਤੁਹਾਨੂੰ ਲੱਗਦਾ ਵਾ ਸਹੀ ਤਰੀਕੇ ਦੀ ਜਾਂਚ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ ਜੀ, ਬਿਲਕੁਲ ਹੋ ਸਕਦੀ ਹੈ। ਓਕੇ। ਸੋ ਜੇ ਤੁਸੀਂ ਮੇਰੀ ਗੱਲ ਸੁਣੋ, ਇਹ ਜੀ ਐਡੀ ਵੱਡੀ ਉਹਦਾ ਤਾਂ ਹੈ ਨਹੀਂ ਵੀ ਉਹ CBI ਤੇ ਪ੍ਰਭਾਵ ਪਾਲੂਗਾ ਜੀ ਇਹਦਾ। ਓਕੇ। ਨਹੀਂ ਪੈ ਸਕਦਾ CBI ਤੇ ਪ੍ਰਭਾਵ ਜੀ ਉਹਦਾ। ਠੀਕ ਹੈ। ਵੀ ਉਹ CBI ਤੋਂ ਜਾਂਚ ਕਰਾ ਲੈਣ, ਕਿਸੇ ਹੋਰ ਸਟੇਟ ਦੀ ਕਿਸੇ ਏਜੰਸੀ ਤੋਂ ਜਾਂਚ ਕਰਵਾ ਲੈਣ। AG ਦਾ ਪ੍ਰਭਾਵ ਸਿਰਫ ਪੰਜਾਬ ਪੁਲਿਸ ਤੱਕ ਦਾ ਪ੍ਰਭਾਵ ਹੈ। ਪਰ ਉਹਨਾਂ ਦਾ ਕੰਮਕਾਜ ਨਹੀਂ ਸਫਰ ਕਰੂਗਾ ਜਦੋਂ AG ਤੇ ਇਨਕੁਆਇਰੀ ਹੋ ਰਹੀ ਆ? ਉਹਨਾਂ ਦਾ ਸਾਰਾ ਦਫ਼ਤਰ ਇਸ ਕੰਮ 'ਚ ਲੱਗਾ ਹੋਊਗਾ, ਉਹਨਾਂ ਨੂੰ ਬਚਾਉਣ ਦੇ ਵਿੱਚ ਜਾਂ ਉਹਨਾਂ ਦੀ ਡਿਫੈਂਡ ਕਰਨ ਦੇ ਵਿੱਚ। ਇਹ ਇਕੱਲੇ AG ਹੈ ਜੀ, ਕਿੰਨੀ ਵੱਡੀ ਆਵਾਜ਼ ਹੈ ਜੀ। ਓਕੇ। ਉਹਨਾਂ ਚਿਰ ਉਹ ਇਕੱਲੇ AG ਤੇ ਜਾਂਚ ਹੋਣੀ ਹੈ ਨਾ ਜੀ, ADG ਤੇ ਤਾਂ ਹੋਣੀ ਨਹੀਂ ਜੀ। ਸ਼ੋਰ, ਮਿਹਰਬਾਨੀ, ਥੈਂਕ ਯੂ। ਉਹਨਾਂ ਤੇ ਕਰਨੀ ਇਹਦੇ ਬਿਲਕੁਲ ਨਹੀਂ ਅਸਤੀਫਾ ਦੇਣਾ ਚਾਹੁੰਦਾ ਜੀ। ਅਸਤੀਫੇ ਬਿਲਕੁਲ ਝੜੀਆਂ ਹੀ ਝੜੀਆਂ ਲੱਗਣਗੀਆਂ ਜੀ ਅਸਤੀਫੇ ਦੀਆਂ। ਮਿਹਰਬਾਨੀ ਮਿਸਕੀ ਗੁਪਤਾ ਜੀ। ਉਹ ਕਹਿ ਰਹੇ ਨੇ ਵਿਨੋਦ ਕਈ ਨੂੰ ਬਿਲਕੁਲ ਅਸਤੀਫਾ ਨਹੀਂ ਦੇਣਾ ਚਾਹੀਦਾ। ਜੇ ਅਸਤੀਫਿਆਂ ਦੀ ਗੱਲ ਤੁਰ ਪਈ ਤੇ ਝੜੀਆਂ ਲੱਗ ਜਾਣਗੀਆਂ, ਕਿਸੇ ਤੇ ਵੀ ਐਲੀਗੇਸ਼ਨ ਲੱਗ ਸਕਦੀ ਆ। ਸੋ ਉਹਨਾਂ ਦੀ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਆ, ਇਹ ਉਹਨਾਂ ਦਾ ਵਿਚਾਰ ਆ। ਸੋ ਬਹੁਤ ਇੰਟਰਸਟਿੰਗ ਡਿਸਕਸ਼ਨ ਅੱਜ ਆਪਾਂ ਕੀਤੀ ਆ ਕਿ ਨੈਤਿਕਤਾ ਕਿੰਨੀ ਕੁ ਇੰਪੋਰਟੈਂਟ ਹੈ ਸਾਡੀ ਸਿਆਸੀ ਲਾਈਫ ਦੇ ਵਿੱਚ, ਸਮਾਜਿਕ ਲਾਈਫ ਦੇ ਵਿੱਚ, ਔਰ ਕੀ ਪੰਜਾਬ ਦੇ ਐਡਵੋਕੇਟ ਜਨਰਲ ਜਿਨ੍ਹਾਂ ਦੇ ਉੱਪਰ ਗੰਭੀਰ ਆਰੋਪ ਲੱਗੇ ਨੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਵਾ। ਮਿਕਸਡ ਓਪੀਨੀਅਨ ਆਇਆ, ਜ਼ਿਆਦਾ ਲੋਕਾਂ ਨੇ ਕਿਹਾ ਅਸਤੀਫਾ ਦੇਣਾ ਚਾਹੀਦਾ, ਲੇਕਿਨ ਕਾਫੀ ਲੋਕਾਂ ਨੇ ਇਹ ਵੀ ਕਿਹਾ ਕਿ ਅਸਤੀਫਾ ਨਹੀਂ ਵੀ ਦੇਣਾ ਬਣਦਾ। ਮੈਂ ਫਿਰ ਦੱਸ ਦੇਵਾਂ ਕਿ ਇਹ ਬਹੁਤ ਇੰਪੋਰਟੈਂਟ ਆਫਿਸ ਆ। ਇਸ ਆਫਿਸ ਦੇ ਵਿੱਚ GS ਗਰੇਵਾਲ, ਗੁਰਦਰਸ਼ਨ ਸਿੰਘ ਗਰੇਵਾਲ ਵਰਗੇ ਬੰਦੇ, RS ਚੀਮਾ ਵਰਗੇ ਬੰਦੇ VS ਅਹੁਦੇ ਤੇ ਬਿਰਾਜਮਾਨ ਰਹੇ ਨੇ, ਔਰ ਹੋਰ ਵੀ ਕਈ ਵਾਰ ਵਿਵਾਦ ਕਈਆਂ ਦੇ ਉੱਪਰ ਖੜੇ ਹੋਏ ਨੇ। ਮੈਨੂੰ ਯਾਦ ਹੈ ਹਰਦੇਵ ਸਿੰਘ ਮੱਤੇਵਾਲ ਇੱਕ ਵਾਰੀ AG ਸਨ, ਉਹਨਾਂ 'ਤੇ ਵੀ ਕਈ ਵਾਰ ਵਿਵਾਦ ਖੜੇ ਹੋਏ ਸਨ। ਉਹ ਅਕਾਲੀ ਦਲ ਵੇਲੇ AG ਸਨ। ਸੋ ਪਰ ਹੈ ਬਹੁਤ ਇੰਪੋਰਟੈਂਟ। ਸ਼ਾਇਦ ਇਸ ਅਹੁਦੇ ਬਾਰੇ ਵੀ ਦੁਬਾਰਾ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਵੀ ਇਸ ਅਹੁਦੇ 'ਤੇ ਕਿੰਨਾਂ ਲੋਕਾਂ ਨੂੰ ਲਾਉਣਾ ਚਾਹੀਦਾ ਵਾ। ਕਿਤੇ ਉਹਨਾਂ ਲੋਕਾਂ ਨੂੰ ਲਾਉਣਾ ਚਾਹੀਦਾ ਵੀ ਕਿ ਨਹੀਂ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਹੈ ਜਾਂ ਜਿਨ੍ਹਾਂ ਨੇ ਕੋਈ ਪਰਟੀਕੂਲਰ ਕੇਸਿਸ ਡਿਫੈਂਡ ਕੀਤੇ ਆ। ਪਰ ਫਿਰ ਵਕੀਲ ਜਿਹੜੇ ਨੇ, ਚੰਗੇ ਵਕੀਲ ਤੇ ਆਫਟਰ ਆਲ ਉਹਨਾਂ ਨੂੰ ਹਾਇਰ ਕੀਤਾ ਹੀ ਜਾਂਦਾ ਵਾ। ਇਸੇ ਕਰਕੇ ਹੀ ਇਸ ਗੱਲ ਨੂੰ ਨਜ਼ਰਅੰਦਾਜ਼ ਕਰਤਾ ਗਿਆ ਸੀ ਵੀ ਵਿਨੋਦ ਕਈ ਨੇ ਸੁਮੇਧ ਸਿੰਘ ਸੈਣੀ ਦਾ ਕੇਸ ਜਾਂ ਗੁਰਮੀਤ ਰਾਮ ਰਹੀਮ ਦਾ ਕੇਸ ਜਾਂ ਭਾਰਤ ਭੂਸ਼ਣ ਆਸ਼ੂ ਜਾਂ ਹੋਰ ਵੀ ਬਹੁਤ ਸਾਰੇ ਕੇਸ ਲੜੇ ਸਨ। ਉਹਨਾਂ ਦੇ ਬਾਵਜੂਦ ਉਹਨਾਂ ਨੂੰ AG ਲਾਇਆ ਗਿਆ ਕਿਉਂਕਿ ਉਹਨਾਂ ਦਾ ਮੰਨਣਾ, ਸਰਕਾਰ ਦਾ ਮੰਨਣਾ ਸੀ ਵੀ ਵਕੀਲ ਚੰਗੇ ਨੇ। ਸੋ ਉਹਨਾਂ ਦੀ ਵਕਾਲਤ ਬਾਰੇ ਕੋਈ ਅੱਜ ਕੋਈ ਐਲੀਗੇਸ਼ਨ ਨਹੀਂ ਆਈ, ਲੇਕਿਨ ਜਿਹੜੇ ਨਿੱਜੀ ਐਲੀਗੇਸ਼ਨਸ ਲੱਗੇ ਨੇ ਇੱਕ ਪਰਿਵਾਰ ਵੱਲੋਂ, ਉਹਦੇ ਉੱਪਰ ਐਲੀਗੇਸ਼ਨ ਜ਼ਰੂਰ ਹੈ। ਹੁਣ ਇਹਦੇ 'ਚ ਕੀ ਸੱਚਾਈ ਹੈ ਕਿੰਨੀ ਨਹੀਂ, ਇਹਦੇ ਬਾਰੇ ਬਹੁਤੇ ਲੋਕਾਂ ਦਾ ਵਿਚਾਰ ਆ ਕਿ ਇਨਕੁਆਇਰੀ ਜਿਹੜੀ ਆ ਉਹ ਜ਼ਰੂਰ ਕਰਨੀ ਬਣਦੀ ਹੈ, ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਲੈ ਰਿਹਾ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।